ਸਮੁੱਚੀ ਮਾਨਵਤਾ ਦੇ ਸਰਬ ਸਾਂਝੀ ਰਹਿਮਤ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਲਾਹੀ ਹਜ਼ੂਰੀ ਅੰਦਰ ਖਾਲਸਾ ਪ੍ਰਗਟ ਦਿਵਸ ਵੈਸਾਖੀ ਨੂੰ ਸਮਰਪਿਤ ਹੋ ਰਹੇ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਹਾਜ਼ਰੀਆਂ ਭਰਨ ਲਈ ਸੱਜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਵੱਲੋਂ ਬਖਸ਼ੀ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਵਿਰਦ ਮੁਤਾਬਿਕ ਆਪਾਂ ਸਾਰਿਆਂ ਨੂੰ ਨਿਵਾਜਦੇ ਹਾਂ। ਸਤ ਸੰਗਤ ਦੀ ਅਮੋਲਕ ਦਾਤ ਬਖਸ਼ੀ ਹੈ। ਸਤਿਕਾਰਯੋਗ ਵੀ ਭਾਈ ਅਵਤਾਰ ਸਿੰਘ ਜੀ ਹੋਰਾਂ ਪਾਸੋਂ ਆਪ ਜੀ ਨੇ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹਨ। ਥੋੜਾ ਸਮਾਂ ਆਪਾਂ ਇਤਿਹਾਸ ਦੀ ਰੌਸ਼ਨੀ 'ਚ ਕੁਝ ਨੁਕਤੇ ਵੈਸਾਖੀ ਸੰਬੰਧੀ ਖਾਲਸਾ ਪ੍ਰਗਟ ਦਿਵਸ ਪੰਜ ਪਿਆਰਿਆਂ ਬਾਰੇ ਵਿਚਾਰਨੇ ਹਨ। ਠੀਕ ਸਮਝ ਆ ਰਹੀ ਹੈ ਬਾਤ? ਪਿੱਛੇ ਜਿਹੜੀਆਂ ਭੈਣਾਂ ਬੈਠੀਆਂ ਤੁਹਾਨੂੰ ਆਹ ਚੀਜ਼ ਸੁਣ ਰਹੀ ਹੈ? ਪਿੱਛੇ ਮਾਰੇ ਦੱਸੋ ਪਿੱਛੇ ਵੀ ਠੀਕ ਹੈ ਬਾਤ ਤੁਹਾਨੂੰ? ਠੀਕ। ਸਤਿਗੁਰੂ ਰਹਿਮਤ ਕਰਨ। ਆਓ ਇੱਕ ਵਾਰ, ਕਿਉਂਕਿ ਵਕਤ ਆਪਾਂ ਬਹੁਤਾ ਉਡੀਕ ਤਾਂ ਨਹੀਂ ਸਕਾਂਗੇ ਕਿਸੇ ਨੂੰ, ਅਜੇ ਕਈ ਭੈਣ ਭਰਾ ਚੱਲੇ ਹੋਣਗੇ ਘਰਾਂ ਤੋਂ। ਸਾਰੇ ਮਿਲ ਕੇ ਉਚਾਰਨ ਕਰਿਓ ਜੀ। ਗੁਰਬਾਣੀ ਦੀਆਂ ਪੰਕਤੀਆਂ ਦਾ ਵੀ ਆਪਾਂ ਗਾਇਨ ਕਰਦੇ ਹਾਂ। ਉੱਚੀ ਆਵਾਜ਼ ਮਿਲ ਕੇ ਬੋਲਿਓ 1-2 ਮਿੰਟ ਤੇ ਫਿਰ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ, ਸਾਰੇ ਬੋਲਿਓ ਜੀ ਉੱਚੀ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ, ਭੂਲੇ ਮਾਰਗ ਜਿਨੇ ਬਤਾਇਆ, ਭੂਲੇ ਮਾਰਗ ਜਿਨੇ ਬਤਾਇਆ, ਭੂਲੇ ਮਾਰਗ ਜਿਨੇ ਬਤਾਇਆ, ਭੂਲੇ ਮਾਰਗ ਜਿਨੇ ਬਤਾਇਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਐਸਾ ਗੁਰ ਵਡ ਭਾਗੀ ਪਾਇਆ, 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 ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਕਰ ਮਨ ਮੋਰ, ਗੁਰੂ ਗੁਰੂ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ ਮੈਂ ਨਾਹੀ
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਸਦਕਾ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਦੇ ਇਲਾਹੀ ਬਚਨ ਤੋਂ ਪ੍ਰੇਰਨਾ ਲੈ ਕੇ ਅੱਜ ਆਪਾਂ ਇਤਿਹਾਸਕ ਵਿਚਾਰਾਂ ਪਹਿਲਾਂ ਸਮਝਾਂਗੇ। ਜੇ ਵਕਤ ਬਚਿਆ ਕੁਝ ਨੁਕਤੇ ਹੋਰ ਵਿਚਾਰਾਂਗੇ। ਗੁਰੂ ਸਵਾਰਿਓ, ਵੈਸਾਖੀ ਜਦੋਂ ਅਸੀਂ ਸਿੱਖ ਇਤਿਹਾਸ ਦੀ ਰੌਸ਼ਨੀ ਦੇ ਵਿੱਚ ਵੈਸਾਖੀ ਦੇ ਦਿਨ ਨੂੰ ਵੇਖਦੇ ਹਾਂ, ਇਤਿਹਾਸ ਦੀਆਂ ਬਹੁਤ ਸਾਰੀਆਂ ਘਟਨਾਵਾਂ ਇਸ ਦਿਨ ਨਾਲ ਜੁੜੀਆਂ ਹੋਈਆਂ ਹਨ। ਜਗਤ ਗੁਰੂ ਬਾਬਾ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਵੈਸਾਖੀ ਵਾਲੇ ਦਿਨ ਹੋਇਆ, ਜਿਹੜੀਆਂ ਕਿ ਬਹੁਤ ਪੁਰਾਣੀਆਂ ਲਿਖਤਾਂ ਨੇ। ਜਦੋਂ ਅਸੀਂ ਉਹਨਾਂ ਨੂੰ ਪੜਾਂਗੇ, ਵਿਚਾਰਾਂਗੇ, ਭਾਵੇਂ ਸਾਡੀ ਕੌਮ ਦੇ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪੁਰਬ ਮਨਾਇਆ ਜਾਂਦਾ ਹੈ। ਜ਼ਿਆਦਾਤਰ ਆਪਾਂ ਕਿਸੇ ਕੰਟਰੋਵਰਸੀ ਨਹੀਂ ਪੈਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪਾਦਨਾ ਤੋਂ ਪਹਿਲਾਂ ਦੀ ਇੱਕ ਲਿਖਤ ਮਿਲਦੀ ਹੈ, ਸਾਖੀ ਮਹਿਲੇ ਪਹਿਲੇ ਦੀ। ਉਹਦੇ ਮੁਤਾਬਕ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ ਵੈਸਾਖੀ ਨੂੰ ਹੋਇਆ। ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੁਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਾਨਵਤਾ ਨੂੰ ਤਾਰਨ ਦੇ ਲਈ, ਗਿਆਨ ਬਖਸ਼ਣ ਲਈ ਜਿਹੜੇ ਪ੍ਰਚਾਰਕ ਦੌਰੇ ਕੀਤੇ, ਜਿਨ੍ਹਾਂ ਨੂੰ ਆਪਾਂ ਉਦਾਸੀਆਂ ਬੋਲਦੇ ਹਾਂ, ਜਿਹਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਬਚਨਾਂ ਵਿੱਚ ਕੀਤਾ ਹੈ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਖ ਆਹਾਰ ਕਰ, ਰੋੜਾ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਮਨ ਆਈ। ਬਾਬਾ ਪੈਦਾ ਸੱਚਖੰਡ, ਨੌ ਨਿਤ ਨਾਮ ਗਰੀਬੀ ਪਾਈ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਵਾਜੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਜਿਹੜੀ ਉਦਾਸੀ ਕੀ ਰੀਤ ਹੈ, ਜਦੋਂ ਬਾਬਾ ਗੁਰਮਤ ਦਾ ਰੂਹਾਨੀ ਫਲਸਫਾ ਵੰਡਣ ਦੇ ਲਈ ਘਰੋਂ ਤੁਰਿਆ, ਜਿਹੜੇ ਦਿਨ, ਉਹ ਦਿਨ ਵੀ ਵਿਸਾਖੀ ਦਾ ਸੀ। ਇਸ ਕਰਕੇ ਵਿਸਾਖੀ ਨੂੰ ਜਾਗਰਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮਨੁੱਖਤਾ ਨੂੰ ਜਾਗਰੂਕ ਕਰਨ ਦੇ ਲਈ, ਸੁਚੇਤ ਕਰਨ ਦੇ ਲਈ, ਸੁੱਤਿਆਂ ਨੂੰ ਜਗਾਉਣ ਦੇ ਲਈ ਜਦੋਂ ਮੇਰੇ ਬਾਬੇ ਨਾਨਕ ਨੇ ਪ੍ਰਚਾਰ ਸ਼ੁਰੂ ਕੀਤਾ, ਉਹ ਵਿਸਾਖੀ ਵਾਲਾ ਦਿਨ ਸੀ। ਪਿਆਰਿਓ, ਸਿੱਖਾਂ ਦੇ ਵਿੱਚ ਵਿਸਾਖੀ ਮਨਾਉਣ ਦਾ ਜਿਹੜਾ ਰਿਵਾਜ ਹੈ, ਇੱਕ ਪਰੰਪਰਾ ਹੈ, ਇਹ ਤੀਜੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਮੌਕੇ ਤੋਂ ਸ਼ੁਰੂ ਹੋ ਗਈ ਸੀ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ ਮਹਾਨ ਪਰਉਪਕਾਰ ਕੀਤੇ। ਉਹਨਾਂ ਪਰਉਪਕਾਰਾਂ ਦੇ ਵਿੱਚੋਂ ਇੱਕ ਬੜਾ ਵੱਡਾ ਕੰਮ ਹੋਇਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਜਦੋਂ ਮੇਰੇ ਮਾਲਕ
ਰਾਜਯੋਗ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਪੇਪਰਵਾਦ ਨੂੰ ਚੈਲੰਜ ਕਰਦਿਆਂ ਇੱਕ ਬੌਲੀ ਸਾਹਿਬ ਦਾ ਨਿਰਮਾਣ ਕਰਵਾਇਆ। ਉਹਨਾਂ ਸਮਿਆਂ ਦੇ ਵਿੱਚ ਇਸ ਨੁਕਤੇ ਨੂੰ ਥੋੜਾ ਜਿਹਾ ਸਮਝਿਓ। ਅੱਜ ਜਦੋਂ ਅਸੀਂ 2022 ਦੇ ਵਿੱਚ ਬੈਠ ਕੇ ਗੱਲ ਕਰ ਰਹੇ ਹਾਂ ਨਾ, ਆਪਾਂ ਪਿਛਲੇ ਇਤਿਹਾਸ ਨੂੰ ਵਾਚਦੇ ਹਾਂ, ਸਾਨੂੰ ਇਵੇਂ ਲੱਗਦਾ ਹੈ ਕਿ ਗੁਰੂ ਮਹਾਰਾਜ ਨੇ ਸਿਰਫ ਇਸ ਕਰਕੇ ਪਾਣੀ ਦਾ ਪ੍ਰਬੰਧ ਕਰ ਦਿੱਤਾ ਕਿ ਪਾਣੀ ਦੀ ਉੱਥੇ ਲੋੜ ਸੀਗੀ, ਬੌਲੀ ਦਾ ਨਿਰਮਾਣ ਕਰਵਾ। ਗੱਲ ਸਿਰਫ ਇੰਨੀ ਨਹੀਂ ਸੀ ਪਿਆਰਿਓ, ਨੋਟ ਕਰਿਓ ਉਹ ਹਾਲਾਤ ਕਿਵੇਂ ਦੇ ਨੇ ਕਿ ਜਿੱਥੇ ਉੱਚ ਜਾਤੀਏ ਲੋਕ ਪਾਣੀ ਪੀਂਦੇ ਨੇ, ਜਿਹੜੇ ਵਿਪਰ ਨੇ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਦੇ ਵਿੱਚ ਲੋਕਾਂ ਨੂੰ ਵੰਡਿਆ, ਉਹਦੇ ਮੁਤਾਬਕ ਜਿੱਥੇ ਉੱਚ ਜਾਤੀਏ ਲੋਕ ਪਾਣੀ ਪੀਂਦੇ ਨੇ, ਨੀਵੀਆਂ ਜਾਤਾਂ ਵਾਲੇ ਤਾਂ ਉਹ ਪਾਣੀ ਦੇ ਸੋਮਿਆਂ ਦੇ ਨੇੜੇ ਵੀ ਨਹੀਂ ਪਹੁੰਚ ਸਕਦੇ। ਉਹ ਇਸ ਤਰ੍ਹਾਂ ਦੀ ਉਹਨਾਂ ਨੇ ਇੱਕ ਮਰਿਆਦਾ, ਇੱਕ ਪਰੰਪਰਾ ਸਥਾਪਿਤ ਕਰ ਰੱਖੀ ਹੈ ਜਿਹੜੀ ਸਦੀਆਂ ਤੋਂ ਚੱਲ ਰਹੀ ਸੀ। ਇਹੋ ਜਿਹੇ ਸਮੇਂ 'ਚ ਸਤਿਗੁਰੂ ਅਮਰਦਾਸ ਮਹਾਰਾਜ ਬੌਲੀ ਦਾ ਨਿਰਮਾਣ ਕਰਕੇ ਇੱਕ ਐਲਾਨ ਕਰਦੇ ਨੇ ਕਿ ਆਹ ਜਿਹੜਾ ਪਾਣੀ ਦਾ ਸੋਮਾ ਹੈ, ਇੱਥੋਂ ਹਰ ਵਿਅਕਤੀ ਜਿਹਨੂੰ ਪਿਆਸ ਲੱਗੀ ਹੈ ਬੇਫਿਕਰੀ ਦੇ ਨਾਲ ਆ ਕੇ ਇੱਜ਼ਤ ਦੇ ਨਾਲ ਪਾਣੀ ਪੀ ਸਕਦਾ ਹੈ। ਵਿਪਰ ਦੇ ਮੁਤਾਬਕ ਭਾਵੇਂ ਉਹ ਸ਼ੂਦਰ ਹੋਵੇ, ਆ ਕੇ ਇੱਥੇ ਇੱਕੋ ਥਾਂ ਤੇ ਪਾਣੀ ਪੀਣ ਦਾ ਪ੍ਰਬੰਧ, ਔਰ ਫਿਰ ਬੌਲੀ ਸਾਹਿਬ ਦੇ ਪਾਣੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਸੀ। ਇੱਕ ਹਿੱਸਾ ਪਾਣੀ ਪੀਣ ਵਾਲਾ, ਇੱਕ ਹਿੱਸਾ ਇਸ਼ਨਾਨ ਕਰਨ ਦੇ ਲਈ। ਛੂਤ ਛਾਤ, ਊਚ ਨੀਚ ਦਾ ਭੇਦਭਾਵ ਸੀ। ਇੱਕੋ ਪਾਣੀ ਵਿੱਚ ਲੋਕਾਂ ਨੂੰ ਇਸ਼ਨਾਨ ਕਰਵਾਇਆ ਤੇ ਪਾਣੀ ਪੀਣ ਦਾ ਪ੍ਰਬੰਧ ਕੀਤਾ। ਇਹ ਜਿਹੜੀ ਗੋਇੰਦਵਾਲ ਸਾਹਿਬ ਵਿਖੇ ਬੌਲੀ ਦਾ ਨਿਰਮਾਣ ਹੋਇਆ, ਬੌਲੀ ਦਾ ਜਿਹੜਾ ਕੜ ਟੁੱਟਿਆ ਨਾ, ਉਹ ਦਿਨ ਵੀ ਵਿਸਾਖੀ ਦਾ ਸੀ। ਪਿਆਰਿਓ, 8ਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਲਫ਼ਜ਼ ਵਰਤੇ ਸੀ, ਬਾਬਾ ਵਸੇ ਗ੍ਰਾਮ ਬਕਾਲੇ। ਉਹਨਾਂ ਦਾ ਇਸ਼ਾਰਾ ਸੀ ਕਿ ਜਿਹੜੇ 9ਵੇਂ ਪਾਤਸ਼ਾਹ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਉਹ ਹੁਣ ਬਕਾਲੇ ਵਸਦੇ। ਤਾਂ ਜਿਸ ਦਿਨ ਕਿਹਾ ਬਾਬਾ ਵਸੇ ਗ੍ਰਾਮ ਬਕਾਲੇ, ਜਿੰਨੇ ਛੋਟੇ ਬੱਚੇ ਤੁਸੀਂ ਬੈਠੇ ਹੋ ਨਾ, ਪਿਆਰ ਨਾਲ ਮੇਰੀਆਂ ਭੈਣਾਂ, ਮਾਵਾਂ, ਬਜ਼ੁਰਗ ਸਾਰੇ, ਮੈਂ ਤੁਹਾਨੂੰ ਪੁੱਛ ਕੇ ਗੱਲ ਕਰ ਰਹੀ ਹਾਂ, ਕਿਰਪਾ ਕਰਕੇ ਹਾਜ਼ਰ ਰੱਖਿਓ ਸੋ। ਬਾਬਾ ਵਸੇ ਗ੍ਰਾਮ ਬਕਾਲੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਜਿਸ ਦਿਨ ਕਿਹਾ, ਉਹ ਦਿਨ ਵੀ ਵਿਸਾਖੀ ਦਾ ਸੀ। ਤੇ ਜਿਹੜੀ ਵਿਸਾਖੀ ਦਾ ਆਪਾਂ ਅੱਜ ਜ਼ਿਕਰ ਕਰਨਾ ਹੈ, ਸੰਮਤ 1756 ਦੀ ਵਿਸਾਖੀ, 1699 ਦੀ 30 ਮਾਰਚ ਦੀ ਵਿਸਾਖੀ। ਉਹ ਵਿਸਾਖੀ ਜਿਹੜੀ ਹੈ ਜਦੋਂ ਖਾਲਸਾ ਪ੍ਰਗਟ ਹੁੰਦਾ ਹੈ। ਖਾਲਸਾ ਲਫ਼ਜ਼ ਜਿਹੜਾ ਹੈ, ਇਹਦੇ ਤੇ ਵੀ ਇੱਕ ਬੇਨਤੀ ਕਰਦੇ ਆ ਪਹਿਲਾਂ। ਖਾਲਸਾ ਲਫ਼ਜ਼ ਬਹੁਤ ਜ਼ਿਆਦਾ ਸਾਡੇ ਵਿੱਚ ਪ੍ਰਚਲਿਤ ਹੈ, ਕਿਉਂਕਿ ਅੱਜ ਅਸੀਂ ਖਾਲਸਾ ਪ੍ਰਗਟ ਦਿਵਸ ਮਨਾ ਰਹੇ ਹਾਂ। ਖਾਲਸਾ ਲਫ਼ਜ਼ ਜਿਹੜਾ ਹੈ, ਇਹ ਅਰਬੀ ਭਾਸ਼ਾ ਦੇ ਵਿੱਚ ਵੀ ਹੈ, ਖਾਲਸਾ ਲਫ਼ਜ਼ ਫਾਰਸੀ ਦੇ ਵਿੱਚ ਵੀ ਹੈ। ਕਿਰਪਾ ਕਰਕੇ ਮੇਰੀਆਂ ਭੈਣਾਂ ਧਿਆਨ ਦਿਓ, ਆਪਸ 'ਚ ਨਹੀਂ ਗੱਲ ਕਰਨੀ, ਫਿਰ ਸਮਝ ਨਹੀਂ ਆਉਣੀ। ਖਾਲਸਾ ਲਫ਼ਜ਼ ਜਦੋਂ ਅਰਬੀ ਭਾਸ਼ਾ ਦੇ ਵਿੱਚ ਆਉਂਦਾ ਹੈ, ਇਹਦਾ ਮਤਲਬ ਹੈ ਸ਼ੁੱਧ, ਜਿਹਨੂੰ ਆਪਾਂ ਪਿਓਰ ਕਹਿ ਦਿੰਦੇ ਹਾਂ, ਪਵਿੱਤਰ ਕਹਿ ਦਿੰਦੇ ਹਾਂ ਕਿ ਕੋਈ ਮਿਲਾਵਟ ਨਹੀਂ। ਖਾਲਸ, ਸ਼ੁੱਧ, ਪਿਓਰ। ਜਦੋਂ ਖਾਲਸਾ ਲਫ਼ਜ਼ ਹੋਵੇ ਫਾਰਸੀ ਦਾ, ਇਹਦਾ ਮਤਲਬ ਹੈ ਆਜ਼ਾਦ। ਪਿਆਰਿਓ, ਖਾਲਸਾ ਲਫ਼ਜ਼ ਸਭ ਤੋਂ ਪਹਿਲਾਂ ਕਿਹਨੇ ਵਰਤਿਆ ਇਸ ਧਰਤੀ ਦੇ ਉੱਪਰ? ਭਗਤ ਕਬੀਰ ਸਾਹਿਬ ਮਹਾਰਾਜ ਜੀ। मैं बेनती करते हैं धन गुरु गोबिंद सिंह साहब महाराज ने ਜਿਹੜਾ ਖਾਲਸਾ ਪ੍ਰਗਟ ਕੀਤਾ 1699 ਦੀ ਵਿਸਾਖੀ ਨੂੰ, ਇਸ ਤੋਂ ਪਹਿਲਾਂ ਵੀ 4 ਵਾਰ ਖਾਲਸਾ ਲਫ਼ਜ਼ ਦੀ ਵਰਤੋਂ ਹੋ ਚੁੱਕੀ।
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚੋਂ ਪਾਵਨ ਅੰਕ 654 ਤੋਂ ਇੱਕ ਸ਼ਬਦ ਕਬੀਰ ਮਹਾਰਾਜ ਦਾ ਸ਼ੁਰੂ ਹੁੰਦਾ ਹੈ, ਜਿਹੜਾ 655 ਤੱਕ ਆਉਂਦਾ ਤੇ 655 ਅੰਕ ਦੇ ਉੱਪਰ ਇੱਕ ਪੰਕਤੀ ਜਿਹੜੀ ਮੈਂ ਪੜਨ ਲੱਗਿਆ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹੇ ਜਾਣੇ। ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੈ, ਅਰਥ ਬਣੇਗਾ ਭਗਤੀ, ਕਿਉਂਕਿ ਇਹ ਆਪਣੇ ਪਿੰਡ ਦੇ ਵਿੱਚ ਬਹੁਤ ਗੁਰਮਤਿ ਸਮਾਗਮ ਹੁੰਦੇ ਨੇ। ਮੈਂ ਵੀ ਕਈ ਵਾਰੀ ਹਾਜ਼ਰੀ ਭਰ ਕੇ ਗਿਆ। ਤੁਸੀਂ ਜਿਹੜੇ ਗੁਰਬਾਣੀ ਨੂੰ ਪਿਆਰ ਕਰਨ ਵਾਲੇ ਗੁਰਸਿੱਖ ਇਸ ਗੱਲ ਨੂੰ ਪੱਕਾ ਨੋਟ ਕਰੋ ਕਿ ਗੁਰਬਾਣੀ ਵਿੱਚ ਭਗਤ ਲਫ਼ਜ਼ ਜਦੋਂ ਤੱਤੇ ਨੂੰ ਔਂਕੜ ਨਾਲ ਆਉਂਦਾ, ਇਹਦਾ ਮਤਲਬ ਇੱਕ ਭਗਤ ਹੈ। ਜੇ ਤੱਤਾ ਮੁਕਤਾ ਹੋਵੇ, ਇਹਦਾ ਮਤਲਬ ਕਈ ਭਗਤ। ਜਿੱਥੇ ਤੱਤੇ ਨੂੰ ਸਿਹਾਰੀ ਲੱਗੀ ਹੈ, ਇਹਦਾ ਮਤਲਬ ਹੈ ਭਗਤੀ। ਇਹਨਾਂ ਦਾ ਉਚਾਰਨ ਅਸੀਂ ਇੱਕੋ ਹੀ ਕਰਦੇ ਹਾਂ, ਭਗਤ। ਹੁਣ ਕਬੀਰ ਸਾਹਿਬ ਜਿਹੜਾ ਖਾਲਸਾ ਲਫ਼ਜ਼ ਵਰਤਦੇ ਆ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੇ ਜਾਣੇ। ਕਹਿੰਦੇ ਜਿਹਨੇ ਪਿਆਰ ਵਿੱਚ ਭਿੱਜ ਕੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕੀਤੀ ਨਾ, ਉਹ ਖਾਲਸੇ ਬਣ ਜਾਂਦੇ ਆ। ਮਤਲਬ ਉਹ ਆਜ਼ਾਦ ਹੋ ਜਾਂਦੇ। ਇੱਥੇ ਖਾਲਸੇ ਦਾ ਅਰਥ ਆਜ਼ਾਦ ਹੈ। ਦੂਜੀ ਵਾਰ ਜਿਹੜਾ ਖਾਲਸਾ ਲਫ਼ਜ਼ ਵਰਤਿਆ, ਉਹ ਅਕਬਰ ਦਾ ਇੱਕ ਦਰਬਾਰੀ ਹੋਇਆ ਟੋਡਰਮਲ। ਪਿਆਰਿਓ ਧਿਆਨ ਦਿਓ, ਇੱਕ ਟੋਡਰਮਲ ਨੂੰ ਤਾਂ ਆਪਾਂ ਸਾਰੇ ਜਾਣਦੇ ਹਾਂ, ਕਿਉਂਕਿ ਆਪਣਾ ਇਲਾਕਾ ਪੈ ਗਿਆ ਸ਼੍ਰੀ ਫਤਿਹਗੜ੍ਹ ਸਾਹਿਬ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ, ਮਾਤਾ ਗੁਜਰ ਕੌਰ ਸਾਹਿਬ ਜੀ, ਜਿਨ੍ਹਾਂ ਦੇ ਸਰੀਰਾਂ ਦਾ ਸੰਸਕਾਰ ਦੀ ਸੇਵਾ ਨਿਭਾਉਂਦਾ ਬਾਬਾ ਟੋਡਰਮਲ। ਪਰ ਮੈਂ ਗੱਲ ਕਰ ਰਿਹਾ ਜਿਹੜਾ ਅਕਬਰ ਦੇ ਦਰਬਾਰ ਵਿੱਚ ਟੋਡਰਮਲ ਹੋਇਆ। ਅਕਬਰ ਤੁਸੀਂ ਲਾ ਲਓ ਤੀਜੇ ਚੌਥੇ ਪੰਜਵੇਂ ਪਾਤਸ਼ਾਹ ਵੇਲੇ ਤੱਕ ਇਹ ਇਧਰੋਂ ਰਹਿੰਦਾ ਕਰੀ। ਜਿਹੜਾ ਅਕਬਰ ਦੇ ਦਰਬਾਰ ਵਿੱਚ ਟੋਡਰਮਲ ਹੋਇਆ, ਇਹਨੇ ਜ਼ਮੀਨ ਨੂੰ 4 ਹਿੱਸਿਆਂ ਦੇ ਵਿੱਚ ਵੰਡਿਆ ਸੀ। ਜ਼ਮੀਨ ਦੇ ਇੱਕ ਹਿੱਸੇ ਨੂੰ ਕਿਹਾ ਸੀ ਖਾਲਸਾ ਜ਼ਮੀਨ। ਜ਼ਮੀਨ ਦਾ ਨਾਮ ਹੀ ਖਾਲਸਾ ਰੱਖਿਆ ਗਿਆ। ਉਹ ਖਾਲਸਾ ਜ਼ਮੀਨ ਕਿਹੜੀ ਸੀ? ਜਿਹੜੀ ਮੁਲਕ ਦੇ ਬਾਦਸ਼ਾਹ ਦੀ ਹੁੰਦੀ ਸੀ, ਕਿਉਂਕਿ ਉਦੋਂ ਡਿਕਟੇਟਰਸ਼ਿਪ ਵਾਲਾ ਮਾਹੌਲ ਹੈ, ਤੁਹਾਨੂੰ ਪਤਾ ਹੈ। ਜਿਹੜੀ ਮੁਲਕ ਦੇ ਬਾਦਸ਼ਾਹ ਦੀ ਜ਼ਮੀਨ ਹੈ, ਉਹ ਖਾਲਸਾ ਜ਼ਮੀਨ। ਖਾਲਸੇ ਦਾ ਮਤਲਬ ਸੀ ਮੁਲਕ ਦੇ ਬਾਦਸ਼ਾਹ ਨਾਲ ਜੁੜੀ ਹੋਈ ਜ਼ਮੀਨ ਹੈ। ਇਸ ਲਈ ਨਾ ਇਹਦੇ ਤੇ ਕੋਈ ਕਰ ਲੱਗਦਾ ਹੈ, ਨਾ ਟੈਕਸ ਲੱਗਦਾ ਹੈ। ਇਹ ਆਮ ਜ਼ਮੀਨ ਥੋੜਾ, ਇਹ ਤਾਂ ਮੁਲਕ ਦੇ ਬਾਦਸ਼ਾਹ ਦੀ ਜ਼ਮੀਨ ਹੈ। ਦੂਜੀ ਵਾਰ ਖਾਲਸਾ ਲਫ਼ਜ਼ ਜਿਹੜਾ ਹੈ ਵਰਤਿਆ ਗਿਆ। ਤੀਜੀ ਵਾਰ ਛੇਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੀਆਂ ਸੰਗਤਾਂ ਨੂੰ ਚਿੱਠੀਆਂ ਲਿਖੀਆਂ, ਉਹਦੇ ਵਿੱਚ ਵੀ ਸਾਨੂੰ ਖਾਲਸਾ ਲਫ਼ਜ਼ ਲਿਖਿਆ ਗਿਆ। ਚੌਥੀ ਵਾਰ ਪਿਆਰਿਓ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਿਹੜਾ ਪਟਨਾ ਸਾਹਿਬ ਦੀ ਸੰਗਤ ਦੇ ਨਾਂ ਤੇ ਇੱਕ ਹੁਕਮਨਾਮਾ ਭੇਜਿਆ, ਉਹਦੇ ਵਿੱਚ ਵੀ ਖਾਲਸਾ ਲਫ਼ਜ਼ ਵਰਤਿਆ। ਪੰਜਵੀਂ ਵਾਰ 1756 ਸੰਮਤ ਤੇ ਸੰਨ ਦਾ ਫਰਕ ਥੋੜਾ ਜਿਹਾ ਧਿਆਨ ਚ ਰੱਖਿਓ ਨਾ। ਸੰਮਤ 1756, ਸੰਨ 1699। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਖਾਲਸਾ ਪ੍ਰਗਟ ਕੀਤਾ, ਜਿਹੜੇ 5 ਪਿਆਰਿਆਂ ਦੀ ਚੋਣ ਕੀਤੀ। 5 ਪਿਆਰਿਆਂ ਸੰਬੰਧੀ ਬੇਨਤੀ ਕਰਦੇ ਹਾਂ। ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਇਹ ਲਿਖਿਆ ਕਿ 5 ਪਿਆਰਿਆਂ ਦੀ ਜਿਹੜੀ ਚੋਣ ਦੀ ਆਰੰਭਤਾ ਹੈ ਨਾ, ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਕਤ ਤੋਂ ਹੋ ਗਈ ਸੀ। ਬੜੇ
ਧਿਆਨ ਨਾਲ ਇਸ ਗੱਲ ਨੂੰ ਸਮਝਿਓ। ਹਾਲਾਂਕਿ ਸਾਡੇ ਸਿੱਖ ਸਮਾਜ ਦੇ ਵਿੱਚ ਇਹੀ ਜ਼ਿਆਦਾ ਆਪਣੇ ਪ੍ਰਚਲਿਤ ਹੈ ਕਿ ਦਸਵੇਂ ਪਾਤਸ਼ਾਹ ਨੇ ਪੰਜ ਪਿਆਰਿਆਂ ਦੀ ਚੋਣ ਕੀਤੀ, ਆਪਾਂ ਮਨਾਉਂਦੇ ਹਾਂ। ਪਰ ਜਦੋਂ ਅਸੀਂ ਮਹਾਨ ਪੁਰਸ਼ ਬਣਾਂਗੇ, ਮੇਰੀਆਂ ਭੈਣਾਂ ਮਾਵਾਂ ਵੀਰ ਬਜ਼ੁਰਗ, ਕੋਈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਇਸ ਤਰ੍ਹਾਂ ਕੋਈ ਗੱਲ ਇਤਿਹਾਸ ਵਿੱਚੋਂ ਜਾਂ ਕੋਈ ਭਾਵਾਂ ਤੱਥਾਂ ਸਮੇਤ ਵੀ ਰੱਖੀ ਜਾਵੇ, ਕਈ ਵਾਰੀ ਪਹਿਲੀ ਵਾਰੀ ਸੁਣਨ ਵਾਲਿਆਂ ਨੂੰ ਏਦਾਂ ਲੱਗਦਾ ਯਾਰ ਇਹ ਨਵੀਂ ਗੱਲ ਹੀ ਹੋ ਗਈ ਕੋਈ। ਮਹਾਨ ਕੋਸ਼ ਦੇ ਮੁਤਾਬਕ ਭਾਈ ਕਾਹਨ ਸਿੰਘ ਨਾਭਾ ਇਹ ਲਿਖਦੇ ਹੈ ਕਿ ਪੰਜ ਪਿਆਰਿਆਂ ਦੀ ਚੋਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਕਤ ਤੋਂ ਹੁੰਦੀ ਰਹੀ, ਪਰ ਸਾਰਿਆਂ ਗੁਰੂ ਮਹਾਰਾਜ ਗੁਰੂ ਸਾਹਿਬਾਨ ਵਕਤ ਕਿਹੜੇ ਕਿਹੜੇ ਪੰਜ ਪਿਆਰੇ ਸੀ, ਜੇਕਰ ਸਿਰਫ ਤੇ ਸਿਰਫ ਤਿੰਨ ਪਾਤਸ਼ਾਹੀਆਂ ਵੇਲੇ ਦਾ ਮਿਲਦਾ ਹੈ। ਦਸਵੇਂ ਪਾਤਸ਼ਾਹ ਵੇਲੇ ਸਾਨੂੰ ਸਾਰਾ ਪਤਾ ਹੈ, ਉਸ ਤੋਂ ਪਹਿਲਾਂ ਦੋ ਪਾਤਸ਼ਾਹੀਆਂ ਦਾ ਜ਼ਿਕਰ ਮਿਲਦਾ ਹੈ। ਇੱਕ ਤਾਂ ਪੰਜਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵਕਤ ਜਿਹੜੇ ਪੰਜ ਪਿਆਰਿਆਂ ਦਾ ਨਾਮ ਆਉਂਦਾ ਹੈ, ਭਾਈ ਗਿਰੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾ ਜੀ, ਭਾਈ ਪਿਰਾਣਾ ਜੀ ਤੇ ਭਾਈ ਪੈੜਾ ਜੀ। ਇਹ ਪੰਜ ਪਿਆਰੇ ਸੀ। ਦੂਜਾ ਨੌਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਵਕਤ ਦੇ ਜਿਹੜੇ ਪੰਜ ਪਿਆਰੇ ਹੈ ਉਹ ਹਨ ਭਾਈ ਮਤੀਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਜੀ, ਭਾਈ ਉਦੈ ਜੀ ਤੇ ਭਾਈ ਜੈਤਾ ਜੀ। ਤੀਜੀ ਵਾਰ ਜਿਨ੍ਹਾਂ ਦਾ ਜ਼ਿਕਰ ਆਪਾਂ ਅੱਜ ਖਾਸ ਤੌਰ ਤੇ ਕਰਨਾ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਪੰਜ ਪਿਆਰਿਆਂ ਦੀ ਚੋਣ ਕੀਤੀ ਸੰਮਤ 1756 ਵਿਸਾਖੀ। ਹੁਣ ਪਿਆਰਿਆਂ ਇੱਕ ਗੱਲ ਬੜੀ ਸਮਝਣ ਵਾਲੀ ਆ ਕਿ ਭਾਵੇਂ ਵਿਸਾਖੀ ਮਨਾਉਣ ਦਾ ਜਿਹੜਾ ਰਿਵਾਜ ਹੈ ਸਿੱਖਾਂ 'ਚ ਇੱਕ ਪਰੰਪਰਾ ਹੈ, ਉਹ ਤੀਜੇ ਪਾਤਸ਼ਾਹ ਦੇ ਟਾਈਮ ਤੋਂ ਚੱਲ ਪਈ ਸੀ, ਹੁਣੀ ਆਪਾਂ ਗੱਲ ਕੀਤੀ। ਪਰ ਜਿਹੜੀ ਸੰਮਤ 1756 ਦੀ ਵਿਸਾਖੀ ਹੈ ਨਾ, ਇਸ ਵਿਸਾਖੀ ਨੂੰ ਇੱਕ ਵੱਡਾ ਇਕੱਠ ਕਰਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਕੋਈ 5-7 ਦਿਨ ਨਹੀਂ, ਕਈ ਮਹੀਨੇ ਪਹਿਲਾਂ ਉਲੀਕਿਆ ਜਾ ਚੁੱਕਿਆ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਕਾਇਦਾ ਹਦਾਇਤਾਂ ਦਿੱਤੀਆਂ ਸਿੱਖਾਂ ਨੂੰ, ਡਿਊਟੀਆਂ ਲਾਈਆਂ ਕਿ ਦੂਰ ਦੁਰਾਡੇ ਤੱਕ ਜਿੱਥੇ ਕਿਤੇ ਹੋ ਸਕਦਾ ਹੈ ਸਾਰੇ ਪਾਸੇ ਇੱਕ ਸੁਨੇਹਾ ਦੇ ਦਿਓ ਕਿ ਵਿਸਾਖੀ ਦਾ ਭਾਵੇਂ ਆਪਾਂ ਹਰ ਸਾਲ ਮਨਾਉਂਦੇ ਆ, ਪਰ ਜਿਹੜੀ 1699 ਇਹ ਸਨ ਆਪਾਂ ਬਾਅਦ ਚ ਕੱਢ ਲਈਆਂ ਡੇਟਾਂ, ਪੁਰਾਣਾ ਤਾਂ ਸੰਮਤ ਹੀ ਸੀ। ਸੰਮਤ 1756 ਦੀ ਜਿਹੜੀ ਵਿਸਾਖੀ ਜਿਹੜੀ ਹੁਣ ਆਉਣੀ ਹੈ ਨਾ, ਇਸ ਵਿਸਾਖੀ ਤੇ ਕੋਈ ਵਿਸ਼ੇਸ਼ ਪ੍ਰੋਗਰਾਮ ਦੇਣਾ ਹੈ। ਇਸ ਕਰਕੇ ਵੱਧ ਤੋਂ ਵੱਧ ਇੱਥੇ ਪਹੁੰਚਣਾ ਸ਼੍ਰੀ ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ ਦੀ ਧਰਤੀ ਵੱਡੇ ਪੱਧਰ ਤੇ ਪਹੁੰਚਣਾ। ਤਾਂ ਹੁਣ ਗੁਰੂ ਸਵਾਰਿਓ, ਆਪਾਂ ਜਿਹੜੇ ਪੰਜ ਪਿਆਰੇ ਸਾਹਿਬਾਨ ਨੇ ਉਹਨਾਂ ਦੇ ਸ਼ਹਿਰਾਂ ਤੋਂ ਇੱਕ ਅੰਦਾਜ਼ਾ ਲਗਾ ਸਕਦੇ ਹਾਂ ਕਿ ਵਿਸਾਖੀ ਜਿਹੜੀ ਹੈ ਇਹਦਾ ਇਕੱਠ ਦੀਆਂ ਤਿਆਰੀਆਂ ਕਿੰਨੇ ਮਹੀਨੇ ਪਹਿਲਾਂ ਚੱਲ ਪਈਆਂ ਹੋਣਗੀਆਂ। ਕਿਵੇਂ ਭਲਾ? ਦੇਖੋ ਅੱਜ ਵਾਲੇ ਤਾਂ ਵਹੀਕਲ ਦੇ ਸਾਧਨ ਨਹੀਂ ਸੀ ਨਾ, ਆਪਾਂ ਘੰਟਿਆਂ ਬੱਧੀ ਜਿੱਥੇ ਮਰਜ਼ੀ ਚਲੇ ਜਾਓ। ਪਹਿਲਾਂ ਤਾਂ ਦੂਰ ਦੂਰ ਸੁਨੇਹੇ ਪਹੁੰਚੇ ਐ ਕਿ ਵਿਸਾਖੀ ਤੇ ਆਉਣਾ ਹੈ, ਫਿਰ ਉੱਥੋਂ ਸੰਗਤਾਂ ਤੁਰੀਆਂ ਨੇ। ਪੰਜਾਂ ਪਿਆਰਿਆਂ ਦੇ ਪੰਜ ਸ਼ਹਿਰ ਤਾਂ ਤੁਹਾਨੂੰ ਯਾਦ ਹੀ ਹੈ, ਇਹਦਾ ਮਤਲਬ ਹੈ ਸ਼੍ਰੀ ਅਨੰਦਪੁਰ ਸਾਹਿਬ ਸੰਗਤ ਲਾਹੌਰ ਤੱਕ ਦੀ ਵੀ ਆਈ ਹੈ, ਦਿੱਲੀ ਤੱਕ ਦੀ ਵੀ ਸੰਗਤ ਪਹੁੰਚੀ ਹੈ, ਜਗਨਨਾਥਪੁਰੀ ਤੱਕ ਦੀ ਸੰਗਤ ਆਈ ਹੈ, ਉੜੀਸਾ ਦੀ, ਤੇ ਦੁਆਰਕਾ ਤੱਕ ਦੇ ਸਿੱਖ ਆਏ, ਵਿਦਰ ਤੱਕ ਦੇ। ਤੁਸੀਂ ਦੇਖੋ ਕਿੰਨੀ ਕਿੰਨੀ ਦੂਰੋਂ ਸੰਗਤਾਂ। ਇਹਦਾ ਮਤਲਬ ਹੈ ਮਹੀਨਿਆਂ ਬੱਧੀ ਪਹਿਲਾਂ ਇਹ ਤਿਆਰੀ ਚੱਲ ਰਹੀ, ਮਹੀਨਿਆਂ ਬੱਧੀ। ਹੁਣ ਪਿਆਰਿਓ ਧਿਆਨ ਦਿਓ,
ਹੁਣ ਤੱਕ ਆਪਾਂ ਵਿਸਾਖੀ ਤੇ ਖਾਲਸਾ ਲਫ਼ਜ਼ ਦੇ ਉੱਤੇ ਸੰਖੇਪ ਦੀਆਂ ਬੇਨਤੀਆਂ, ਪੰਜ ਪਿਆਰਿਆਂ ਦੀ ਗੱਲ ਕੀਤੀ। ਸੰਮਤ 1756 ਦੀ ਵਿਸਾਖੀ ਨੂੰ ਨਿਤ ਦੀ ਤਰ੍ਹਾਂ ਦੀਵਾਨ ਸਜਿਆ। ਵਿਸਾਖੀ ਸਿੱਖ ਮਨਾਉਂਦੇ ਰਹੇ ਹੈ ਲੰਮੇ ਸਮੇਂ ਤੋਂ। ਇਸ ਕਰਕੇ ਵਿਸਾਖੀ ਨੂੰ ਜਿਹੜਾ ਇਕੱਠ ਹੁੰਦਾ ਸੀ ਨਾ, ਇੱਕ ਤਾਂ ਗੁਰੂ ਮਹਾਰਾਜ ਨੂੰ ਸਮਰਪਿਤ ਸਿੱਖਾਂ ਦਾ ਇਕੱਠ ਤਾਂ ਹੋਣਾ ਹੀ ਹੋਣਾ ਸੀ, ਦੂਜਾ ਇਸ ਇਕੱਠ ਦੇ ਵਿੱਚ ਆਮ ਲੋਕ ਵੀ ਆ ਜਾਂਦੇ ਸੀ। ਅਕਸਰ ਅੱਜ ਵੀ ਹੁੰਦਾ ਹੈ, ਅੱਜ ਭਾਵੇਂ ਪੰਥ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਮਨਾਉਂਦੇ ਅਸੀਂ, ਦਮਦਮਾ ਸਾਹਿਬ ਬਹੁਤ ਸਾਰੇ ਸਿੱਖ ਜਿਹੜੇ ਸਮਰਪਿਤ ਨੇ ਗੁਰੂ ਨੂੰ, ਉਹ ਵੀ ਉੱਥੇ ਪਹੁੰਚਦੇ ਆ, ਪਰ ਸਾਰੇ ਤਾਂ ਸਮਰਪਿਤ ਵੀ ਨਹੀਂ ਪਹੁੰਚਦੇ। ਬਹੁਤ ਸਾਰੇ ਲੋਕ ਤਾਂ ਇੱਕ ਰੌਣਕ ਮੇਲੇ ਵਾਲੇ ਵੀ ਹੁੰਦੇ ਆ, ਜਦ ਇਕੱਠ ਹੋਣਾ, ਗੇੜਾ ਫੇਰਾ ਦੇਵਾਂਗੇ, ਚੰਗਾ ਸ਼ਕਲ ਛਕਾਉਣ ਹੋਣਾ। ਆਪਾਂ ਦੂਰ ਨਾ ਜਾਓ, ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ, ਹਾਲਾਂਕਿ ਇਹ ਉਹ ਧਰਤੀ ਹੈ ਜਿੱਥੇ 7 ਤੇ 9 ਸਾਲ ਦੀਆਂ ਜਿੰਦਾਂ ਦਾ ਖੂਨ ਡੁੱਲੇ ਅਨੀਹਾਂ ਵਿੱਚ ਗਿਣੇ ਗਏ। ਇਸ ਧਰਤੀ ਤੇ ਬੰਦੇ ਦੀਆਂ ਵੈਸੀ ਅੱਖਾਂ ਨਮ ਹੋ ਜਾਂਦੀਆਂ, ਪਰ ਮੈਨੂੰ ਮਾਫ ਕਰਿਓ, ਇਸ ਧਰਤੀ ਤੇ ਵੀ ਜਦੋਂ ਸ਼ਹੀਦੀ ਦਿਹਾੜਾ ਮਨਾਉਂਦੇ ਆ, ਕਈ ਤਾਂ ਭੈਣ ਭਰਾ ਇਹੋ ਜਿਹੇ ਆ ਜਾਂਦੇ ਆ ਨਾ, ਜਿਹੜੇ ਉਹਨੂੰ ਇੱਕ ਮੇਲੇ ਦੀ ਤਰ੍ਹਾਂ ਲੈਂਦੇ ਆ, ਬਸ ਕਿਹੜੇ ਫੇਰੇ ਦੇ ਕੇ ਹੋਏ। ਜਿਹੜੀ 1756 ਦੀ ਵਿਸਾਖੀ ਹੈ ਨਾ, ਇੱਥੇ ਜਿੱਥੇ ਗੁਰੂ ਨੂੰ ਸਮਰਪਿਤ ਸਿੱਖ ਆਏ, ਉੱਥੇ ਮੇਲੇ ਵਾਲੇ ਵੀ ਆਏ ਕਿ ਸਿੱਖ ਮੇਲਾ ਲਾਉਂਦੇ ਆ, ਭਾਈ ਇਕੱਠ ਹੋਊਗਾ, ਨਾਲੇ ਚੰਗੇ ਪਕਵਾਨ ਛਕਣ। ਪਰ ਅੱਜ ਕੀ ਹੋਇਆ? ਅੱਜ ਦੀਵਾਨ ਦੀ ਸਮਾਪਤੀ ਤੋਂ ਬਾਅਦ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਆਪਣੀ ਸ਼ਮਸ਼ੀਰ ਨੂੰ ਬਿਆਨ ਚੋਂ ਬਾਹਰ ਕੱਢ ਕੇ ਇੱਕ ਆਵਾਜ਼ ਦਿੰਦੇ ਹੈ ਕਿ ਮੈਨੂੰ ਇੱਕ ਸੀਸ ਚਾਹੀਦਾ। ਸ਼ਨਾਟਾ ਸਾਧਿਆ ਸਾਰੇ ਪਾਸੇ, ਬੜੀ ਹੈਰਾਨੀਜਨਕ ਮੰਗ ਸੀ। ਯਾਦ ਰੱਖਿਓ, ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਨੇ ਕਿਹਾ ਮੈਨੂੰ ਇੱਕ ਸੀਸ ਚਾਹੀਦਾ, ਇਹ ਨਹੀਂ ਕਿਹਾ ਕਿ 5 ਸੀਸ ਚਾਹੀਦੇ, ਪਹਿਲਾਂ ਇੱਕੋ ਹੀ ਮੰਗੇ। ਜੇ 5 ਸੀਸ ਮੰਗੇ ਜਾਂਦੇ, 5 ਉੱਠ ਕੇ ਆ ਜਾਂਦੇ। ਇੱਕ ਸੀਸ ਮੰਗਿਆ ਸੀ, ਇੱਕੋ ਹੀ ਉੱਠ। ਪਰ ਜਦੋਂ ਸ਼ਮਸ਼ੀਰ ਕੱਢੀ ਨੂੰ ਵੇਖਿਆ ਨਾ, ਵੀ ਮੈਨੂੰ ਸੀਸ ਚਾਹੀਦਾ ਇੱਕ, ਜੋ ਚਕੌਏ ਥੇ ਇੱਕ ਤਿਨਕੇ ਕੇ ਉਹ ਭਾਗ ਗਏ ਇੱਕ ਫੁਲਕੇ ਸੀ। ਜਿਹੜਾ ਸ਼ਕਲ ਛਕਾਉਣ ਵਾਲਾ ਮਹਿਕਮਾ ਸੀ ਨਾ, ਜਲੇਬੀਆਂ ਪਕੌੜੀਆਂ ਵਾਲਾ ਕਹਿ ਲਓ, ਉਹ ਤਾਂ ਨਾਲ ਦੀ ਨਾਲ ਤਿੱਤਰ ਹੋ ਗਏ ਭੱਜ। ਕਿਹੜੀਆਂ ਜਲੇਬੀਆਂ, ਕਿਹੜੇ ਪਕੌੜੇ, ਜਿਹੜਾ ਉਹ ਕੰਮ ਹੀ ਹੋਰ ਚੱਲ ਰਿਹਾ। ਇਹ ਆਪਾਂ ਤਾਂ ਸੋਚ ਗਏ ਸੀ ਮੇਲਾ ਗੇਲਾ, ਰੌਣਕ ਮੇਲਾ, ਛਕਾ ਛਕਾ, ਇਹ ਤਾਂ ਅੱਜ ਕਿਰਪਾਨ ਕੱਢੀ ਖੜੇ ਆ ਭਾਈ, ਇਹ ਤਾਂ ਵੱਢਣਗੇ। ਤਾਂ ਹੁਣ ਜਿਹੜੀ ਬੜੀ ਜ਼ਰੂਰੀ ਸਮਝਣ ਵਾਲੀ ਗੱਲ ਹੈ ਨਾ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਦੀ ਪਹਿਲੀ ਆਵਾਜ਼ ਤੋਂ ਕੌਣ ਉੱਠਿਆ? ਤੁਸੀਂ ਜਿੰਨੀਆਂ ਮੇਰੀਆਂ ਭੈਣਾਂ ਮਾਵਾਂ ਵੀਰ ਬਜ਼ੁਰਗ, ਉੱਚੀ ਆਵਾਜ਼ ਨਾ ਲਵੋ। ਕੌਣ ਉੱਠਿਆ ਪਹਿਲੀ ਆਵਾਜ਼? ਭਾਈ, ਜਿਨ੍ਹਾਂ ਨੂੰ ਯਾਦ ਹੈ ਉਹ ਬੋਲੋ, ਜਿਨ੍ਹਾਂ ਨੂੰ ਨਹੀਂ ਯਾਦ ਉਹ ਕਿਰਪਾ ਕਰਕੇ ਧਿਆਨ ਨਾਲ ਸੁਣੋ, ਤਾਂ ਜੋ ਤੁਹਾਨੂੰ ਘੱਟੋ ਘੱਟ ਪੰਜਾਂ ਦੇ ਨਾਂ ਤਾਂ ਯਾਦ ਹੋ ਜਾਣ ਨਾ। ਦੇਖੋ ਕਿੱਡਾ ਦੁਖਾਂਤ ਹੈ ਸਿੱਖਾਂ ਦਾ, ਕਿ ਅਜੇ ਤੱਕ ਮੇਰੇ ਵਰਗੇ ਬੰਦੇ 5 ਪਿਆਰਿਆਂ ਦੇ ਨਾਂ ਯਾਦ ਕਰਵਾਉਂਦੇ ਫਿਰਦੇ। ਇਹ ਪੂਰਾ ਹੈਗਾ ਜੀ। ਹਾਂਜੀ, ਸਭ ਤੋਂ ਪਹਿਲਾਂ ਕੌਣ ਉੱਠੇ? ਭਾਈ ਦਇਆ ਸਿੰਘ ਕਹਿ ਲਓ, ਕੋਈ ਗੱਲ ਨਹੀਂ, ਪਿਛਲਾ ਨਾਮ ਮੈਂ ਬਾਅਦ ਚ ਕਹਿਣਾ। ਪਹਿਲਾਂ 5 ਪਿਆਰਿਆਂ ਦਾ ਕੀ ਨਾਂ ਹੈ ਜੀ? ਭਾਈ ਬੋਲੋ ਭੈਣਾ ਮਾਮਾ, ਮੂੰਹ ਹਿਲਾਓ, ਥੋੜਾ ਜਿਹਾ ਉੱਚੀ ਬੋਲੋ। ਹਾਂਜੀ, ਭਾਈ ਦਇਆ ਸਿੰਘ। ਗੁਰੂ ਗੋਬਿੰਦ ਸਿੰਘ ਨੇ ਕਿਹਾ ਇੱਕ ਸੀਸ ਚਾਹੀਦਾ, ਉੱਠਿਆ ਕੌਣ? ਭਾਈ ਦਇਆ ਰਾਮ। ਇਹ ਕੌਣ ਹੈ ਜੀ? ਦਇਆ ਰਾਮ ਭਾਈ ਪਾਰੋ ਖੱਤਰੀ ਦੀ ਕੁਲ ਵਿੱਚੋਂ ਬਾਬੇ ਸੁੱਤੇ ਦੇ ਘਰ ਮਾਤਾ ਦਿਆਲੀ ਦੀ ਪਰਮ ਪਵਿੱਤਰ ਕੁੱਖੋਂ ਸੰਮਤ 1726 ਨੂੰ ਲਾਹੌਰ ਦੀ ਧਰਤੀ ਤੇ ਜਨਮਿਆ ਸੀ। ਦਇਆ ਰਾਮ ਉੱਠ ਕੇ ਖੜਾ ਹੋਇਆ। ਕਿੱਥੋਂ ਆਇਆ? ਲਾਹੌਰ ਤੋਂ। ਅੱਜ ਆਪਾਂ ਇਹ ਵੇਖਣਾ ਜਿੱਥੋਂ 5 ਪਿਆਰੇ ਆਏ ਆ ਨਾ, ਉਹਨਾਂ ਸ਼ਹਿਰਾਂ ਦੇ ਹਾਲਾਤ ਕਿਵੇਂ ਦੇ ਸੀ। ਦਇਆ ਰਾਮ ਉੱਠਿਆ ਲਾਹੌਰ ਤੋਂ,
मैं खत्तरी छिंबे ਇਹ ਜਾਤਾਂ ਦੇ ਨਾਮ ਜਾਤੀਵਾਦ ਨੂੰ बढ़ावा देने ਲਈ नहीं दे रहा, सिर्फ ਇਹ ਦੱਸਣ ਲਈ ਕਿ ਜਿਨ੍ਹਾਂ ਨੂੰ ਲਤਾੜਿਆ ਗਿਆ ਸੀ, ਜਿਨ੍ਹਾਂ ਨੂੰ ਨੀਵੇਂ ਨੀਵੇਂ ਕਿਹਾ ਗਿਆ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਵਾਜ਼ ਨਾਲ ਉਹ ਉੱਠਦੇ ਆ ਤੇ ਪੰਜਾਂ ਪਿਆਰਿਆਂ ਦਾ ਮਾਣ ਪ੍ਰਾਪਤ ਕਰਦੇ। ਪਿਆਰਿਓ, ਭਾਈ ਦਇਆ ਰਾਮ ਲਾਹੌਰ ਤੋਂ ਆਇਆ। ਲਾਹੌਰ ਸ਼ਹਿਰ ਦੇ ਹਾਲਾਤ ਕਿਵੇਂ ਨੇ ਇਹ ਸਾਨੂੰ ਵੇਖਣਾ ਪਊਗਾ ਵੀ ਦਇਆ ਨਾਮ ਕੀ ਹੈ? ਦਇਆ ਕਿੱਥੋਂ? ਲਾਹੌਰ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਸ਼ਲੋਕ 12 ਤੇ ਵਧੀਕ। ਲਾਹੌਰ ਸ਼ਹਿਰ ਬਾਰੇ 2 ਸ਼ਲੋਕ ਇਕੱਠੇ ਦਰਜ ਕੀਤੇ ਬਾਣੀ 'ਚ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਦਾ ਪਹਿਰ। ਲਾਹੌਰ ਦੇ ਹਾਲਾਤ ਦੱਸੇ ਜੀ। ਲਾਹੌਰ ਸ਼ਹਿਰ ਵਿੱਚ ਕੀ ਹੈ? ਜ਼ਹਿਰ। ਕੀ ਹੁੰਦਾ ਉੱਥੇ? ਕਹਿਰ। ਕਦੋਂ ਹੁੰਦਾ? ਸਵਾ ਪਹਿਰ ਰਹਿੰਦੇ। ਲਾਹੌਰ ਦੇ ਹਾਲਾਤ ਇਸ ਕਿਸਮ ਦੇ ਆ ਕਿ ਉੱਥੇ ਕਹਿਰ ਹੀ ਕਹਿਰ ਵਾਪਰਦਾ। ਹਾਲਾਂਕਿ ਅਗਲਾ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਦਾ ਹੈ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਲਾਹੌਰ ਸ਼ਹਿਰ ਇੱਕ ਸਮਾਂ ਹੈ ਜਦੋਂ ਲਾਹੌਰ ਸ਼ਹਿਰ ਦੇ ਵਿੱਚ ਜ਼ਹਿਰ ਕਹਿਰ ਹੋ ਰਿਹਾ, ਪਰ ਇੱਕ ਸਮੇਂ ਹਾਲਾਤ ਕਿਸੇ ਵੀ ਇਲਾਕੇ ਦੇ ਇੱਕੋ ਜਿਹੇ ਨਹੀਂ ਰਹਿੰਦੇ, ਹਾਲਾਤ ਬਦਲਦੇ ਰਹਿੰਦੇ ਆ, ਚੰਗਾ ਵੀ। ਮੈਂ ਬੇਨਤੀ ਕਰਦੀ ਹਾਂ, ਲਾਹੌਰ ਸ਼ਹਿਰ ਤੁਸੀਂ ਦੂਰ ਨਾ ਜਾਓ। ਇਹ ਲਾਹੌਰ ਸ਼ਹਿਰ ਉਹੀ ਹੈ ਜਿਸ ਸ਼ਹਿਰ ਦੇ ਵਿੱਚ ਸ਼ਾਂਤੀ ਦੇ ਸਮੁੰਦਰ, ਸ਼ਹੀਦਾਂ ਦਾ ਸਰਤਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾ ਕੇ ਗਰਮ ਰੇਤ ਉਹਨਾਂ ਦੇ ਸੀਸ ਵਿੱਚ ਪਾਇਆ ਗਿਆ ਸੀ ਔਰ ਫਿਰ ਤਪੇ ਹੋਏ ਸਰੀਰ ਨੂੰ ਰਾਵੀ ਦੇ ਠੰਡੇ ਪਾਣੀ ਵਿੱਚ ਰੋੜ ਦਿੱਤਾ ਗਿਆ ਸੀ। ਜਿਸ ਲਾਹੌਰ ਦੀ ਧਰਤੀ ਤੇ 30 ਮਈ ਸਨ 1606 ਨੂੰ ਇੰਨਾ ਕਹਿਰ ਹੋਇਆ ਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਹੋਈ। ਪਿਆਰਿਓ, ਉਸੇ ਲਾਹੌਰ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਆਵਾਜ਼ ਨੇ ਦਇਆ ਪੈਦਾ ਕੀਤੀ। ਲਾਹੌਰ ਵਿੱਚ ਕੇ ਬਾਅਦ ਵਿੱਚ ਵੀ ਵੇਖੋ ਬੜਾ ਕਹਿਰ ਹੋਇਆ। ਮੇਰਾ ਖਿਆਲ ਹੈ ਜਿੰਨੀਆਂ ਸਿੱਖਾਂ ਦੀਆਂ ਸ਼ਹਾਦਤਾਂ ਲਾਹੌਰ ਦੇ ਵਿੱਚ ਹੋਈਆਂ ਨੇ ਨਾ, ਖਾਸ ਤੌਰ ਤੇ ਲਾਹੌਰ ਦੇ ਨਖਾਸ ਚੌਂਕ ਦੇ ਵਿੱਚ ਜਿੰਨੀਆਂ ਸ਼ਹਾਦਤਾਂ ਹੋਈਆਂ, ਸ਼ਾਇਦ ਉਨੀਆਂ ਕਿਤੇ ਹੋਰ ਨਾ ਹੀ ਹੋਈਆਂ। ਜਿੰਨੇ ਵੀ ਸ਼ਹੀਦਾਂ ਦਾ ਜ਼ਿਕਰ ਕਰੋਗੇ, ਭਾਵਾਂ ਭਾਈ ਤਾਰੂ ਸਿੰਘ ਹੈ, ਜਿੰਨੇ ਵੀ ਸਾਰੇ ਲਾਹੌਰ। ਹੁਣ ਮੈਂ ਗੱਲ ਨੇੜੇ ਰੱਖਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਵਾਜ਼ ਨੇ ਲਾਹੌਰ ਤੋਂ ਦਇਆ ਪੈਦਾ ਕੀਤੀ ਹੈ। ਦਇਆ ਇੱਥੇ ਹੁਣ ਕੀ ਹੋਇਆ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਭਾਈ ਦਇਆ ਰਾਮ ਜੀ ਨੂੰ ਤੰਬੂ ਵਿੱਚ ਲੈ ਗਏ। ਹੁਣ ਮੈਂ ਆਪ ਜੀ ਨੂੰ ਪੁੱਛਾਂਗਾ, ਜਿੰਨੇ ਭੈਣ ਭਰਾ ਬੈਠੇ ਵੀਰ ਬਜ਼ੁਰਗ, ਇੱਕ ਵਾਰੀ ਤੁਸੀਂ ਜਵਾਬ ਦਿਓ, ਫਿਰ ਅੱਗੇ ਚੱਲਦੇ ਹਾਂ। ਤੰਬੂ ਵਿੱਚ ਕੀ ਹੋਇਆ ਭਲਾ? ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਦਇਆ ਰਾਮ ਜੀ ਤੰਬੂ 'ਚ ਲੈ ਗਏ। ਵਾਰੀ ਵਾਰੀ ਪੰਜਾਂ ਨੂੰ ਲੈ ਕੇ ਜਾਂਦੇ। ਤੰਬੂ ਵਿੱਚ ਹੋਇਆ ਕੀ, ਇਹ ਸਾਨੂੰ ਪਤਾ ਕਰਨਾ ਚਾਹੀਦਾ ਹੈ ਜਾਂ ਨਹੀਂ ਚਾਹੀਦਾ? ਬੋਲਿਓ ਕਿਰਪਾ ਕਰਕੇ, ਫਿਰ ਆਪਾਂ ਕੀ ਕਰਦੇ? ਕਰਨਾ ਚਾਹੀਦਾ ਨਾ। ਪਰ ਮੇਰੀ ਬੇਨਤੀ ਨੂੰ ਬੜੇ ਧਿਆਨ ਨਾਲ ਸੁਣੋ। ਤੰਬੂ ਵਿੱਚ ਕੀ ਹੋਇਆ, ਇਹਦੇ ਬਾਰੇ 3 ਤਰ੍ਹਾਂ ਦੀਆਂ ਵਿਚਾਰਾਂ ਚੱਲਦੀਆਂ ਸਮਾਜ 'ਚ, ਵੱਖਰੇ ਵੱਖਰੇ ਰੀਤਾਂ, ਵੱਖਰੇ ਵੱਖਰੇ ਤਰੀਕੇ ਨਾਲ। ਇੱਕ ਉਹ ਨੇ ਜਿਹੜੇ ਕਹਿੰਦੇ ਨੇ ਕਿ ਤੰਬੂ ਵਿੱਚ ਬੰਨੇ ਸੀ ਬੱਕਰੇ। ਮਹਾਰਾਜ ਗੁਰੂ ਗੋਬਿੰਦ ਸਿੰਘ ਪੰਜਾਂ ਨੂੰ ਜਦੋਂ ਅੰਦਰ ਲੈ ਗਏ, ਬੱਕਰੀਆਂ ਦੀਆਂ ਗਰਦਨਾਂ ਵੱਡੀਆਂ, ਖੜਾਕ ਹੋਇਆ, ਬਾਹਰ ਲੱਗਿਆ ਕਿ ਸਿੱਖਾਂ ਦੇ ਸਿਰ ਵੱਡੇ। ਇੱਕ ਤਾਂ ਇਹ ਗੱਲ ਕਰ ਚੱਲ।
ਦੂਜੇ ਕਹਿੰਦੇ ਆ ਨਹੀਂ ਜੀ ਉੱਥੇ ਸਿਰ ਵੱਡੇ ਸੀ, ਸਿੱਖਾਂ ਦੇ ਸਿਰ ਵੱਡੇ ਸੀ, ਤੇ ਇਸ ਤੋਂ ਅੱਗੇ ਦੀ ਗੱਲ ਕਰਦੇ ਆ, ਕਈ ਤਾਂ ਕਹਿੰਦੇ ਇੱਕ ਦੂਜੇ ਨਾਲ ਜੋੜਦੇ ਸੀ। ਤੀਜੀ ਇੱਕ ਗੱਲ ਇਹ ਪ੍ਰਚਲਿਤ ਹੈ ਜਿਹੜੀ ਕੋਈ ਪ੍ਰਚਾਰਕ ਇਹ ਸੁਣਾਉਣ ਲੱਗ ਪਿਆ ਕਿ ਇੱਕ ਜਦੋਂ ਇਹ ਘਟਨਾ ਵਾਪਰ ਰਹੀ ਸੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ, ਤਾਂ ਇੱਕ ਔਰੰਗਜ਼ੇਬ ਦਾ ਸੂਈਆ CID ਵਾਲਾ ਸੀ ਬੰਦਾ ਜਿਹਦਾ ਨਾਮ ਸੀ ਅਬਦੁੱਲਾ ਤੁਰਾਨੀ। ਇਹ ਪ੍ਰਚਲਿਤ ਗੱਲ ਹੋ ਰਹੀ ਹੈ ਬਹੁਤ। ਅਬਦੁੱਲਾ ਤੁਰਾਨੀ ਕਹਿੰਦੇ ਸਭ ਕੁਝ ਵੇਖ ਰਿਹਾ ਸੀ, ਪਰ ਉਹ ਕਹਿੰਦਾ ਮੈਂ ਸਾਰਾ ਕੁਝ ਵੇਖਿਆ ਨਹੀਂ। ਉਹ ਕਿਸੇ ਤੰਬੂ ਦਾ ਜ਼ਿਕਰ ਨਹੀਂ ਕਰਦਾ ਤੇ ਉਹ ਪ੍ਰਭਾਵਿਤ ਹੋ ਕੇ ਅਮਰ ਛਕ ਕੇ ਅਜਮੇਰ ਸਿੰਘ ਬਣ ਜਾਂਦਾ। ਇਹ ਗੱਲਾਂ ਤਿੰਨ ਹੈ। ਜਿਹੜੀ ਤੀਜੀ ਗੱਲ ਹੈ ਨਾ ਅਬਦੁੱਲਾ ਤੁਰਾਨੀ ਵਾਲੀ, ਇਹ ਜਿਹੜੇ ਵੀ ਸੱਜਣ ਸੁਣਾਉਂਦੇ ਆ ਉਹ ਜ਼ਿਕਰ ਕਰਦੇ ਆ ਕਿ ਇਹ ਰਿਕਾਰਡ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਦੇ ਵਿੱਚ ਪਿਆ, ਪਰ ਜਿਹੜੇ ਅਲੀਗੜ੍ਹ ਦੇ ਪ੍ਰਬੰਧਕ ਹੈ ਉਹ ਇਸ ਗੱਲ ਤੋਂ ਇਨਕਾਰ ਕਰਦੇ ਆ, ਉਹ ਕਹਿੰਦੇ ਕੋਈ ਰਿਕਾਰਡ ਹੈ। ਸੋ ਇਹ ਇੱਕ ਗੱਲ ਪਿਓ ਦੀ ਚੱਲ ਪਈ ਜਿਹਦਾ ਤੱਥ ਕਿਸੇ ਕੋਲ ਕੋਈ ਨਹੀਂ ਹੈ। ਗੱਲਾਂ ਹੁਣ ਇਹ ਤਿੰਨੇ ਚੱਲਦੀਆਂ, ਪਰ ਮੈਂ ਇੱਕ ਬੇਨਤੀ ਹੋਰ ਕਰਾਂ ਕਿ ਵੇਖੋ ਬਹੁਤੇ ਵਿਦਵਾਨ ਇਸ ਗੱਲ ਨਾਲ ਸਹਿਮਤ ਨੇ ਕਿ ਤੰਬੂ ਲੱਗਿਆ ਸੀ। ਇਹ ਵੀ ਤੁਸੀਂ ਸਾਰਿਆਂ ਤੋਂ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਪਿਆਰੇ ਨੂੰ ਤੰਬੂ ਵਿੱਚ ਲੈ ਗਏ। ਇੱਥੋਂ ਇੱਕ ਗੱਲ ਬੜੀ ਸਾਫ਼ ਹੁੰਦੀ ਹੈ ਕਿ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਨੇ ਪੰਜਾਂ ਨੂੰ ਜਦੋਂ ਤੰਬੂ 'ਚ ਲਿਜਾਣਾ ਉਹਨਾਂ ਦਾ, ਇਹਦਾ ਮਤਲਬ ਹੈ ਕਿ ਸਤਿਗੁਰੂ ਕਲਗੀਧਰ ਸਾਹਿਬ ਪਾਤਸ਼ਾਹ ਨੇ ਆਪ ਹੀ ਪਰਦਾ ਕੀਤਾ ਨਾ ਇਸ ਦਾ। ਤੰਬੂ ਪਹਿਲਾਂ ਤਿਆਰ ਕਰਵਾਇਆ ਗਿਆ, ਤੰਬੂ 'ਚ ਫਿਰ ਲੈ ਕੇ ਗਏ। ਸਟੇਜ ਤੇ ਨਹੀਂ ਕੁਝ ਵਾਪਰਿਆ, ਜਿਹੜੀ ਸਟੇਜ ਤੇ ਖੜ ਕੇ ਸੀਸ ਮੰਗ ਰਹੇ ਉੱਥੇ ਤੰਬੂ 'ਚ। ਇਹਦਾ ਮਤਲਬ ਹੈ ਕਿ ਗੁਰੂ ਦੀ ਮਰਜ਼ੀ ਕੀ ਹੈ, ਗੁਰੂ ਦੀ ਰਜ਼ਾ ਕੀ ਹੈ। ਭਲਾ ਇਹ ਪੰਜਾਂ ਨਾਲ ਕੀ ਕੌਤਕ, ਕੀ ਕੁਝ ਹੋਇਆ, ਇਹਨੂੰ ਗੁਪਤ ਰੱਖਣ ਦੀ ਰਜ਼ਾ ਹੈ ਨਾ ਗੁਰੂ ਦੀ। ਸੌਖਿਆ ਸਮਝ ਆ ਜਾਂਦੀ ਹੈ, ਇਹੀ ਕਹਿ ਸਕਦੇ ਫੇਰ ਹੀ ਤੰਬੂ 'ਚ ਲੈ ਕੇ। ਸਿੱਖ ਦਾ ਧਿਆਨ ਫੋਕਸ ਕਿਹਦੇ ਰੱਖਣਾ ਚਾਹੀਦਾ ਸਿੱਖ ਨੂੰ? ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾ। ਇਹ ਕਿ ਜੋ ਗੁਰੂ ਨੇ ਸਾਨੂੰ ਕਰਨ ਨੂੰ ਕਿਹਾ, ਸਾਨੂੰ ਉਹ ਗੱਲ ਕਰਨੀ ਚਾਹੀਦੀ ਹੈ, ਉਹ ਕੰਮ ਕਰਨਾ ਚਾਹੀਦਾ। ਜੋ ਗੁਰੂ ਦੀ ਮਰਜ਼ੀ ਹੈ, ਜੋ ਗੁਰੂ ਦੀ ਰਜ਼ਾ ਹੈ, ਉਹਦੇ ਵਿੱਚ ਕੋਈ ਦਖਲ ਨਹੀਂ ਦੇਣਾ ਚਾਹੀਦਾ। ਜੇ ਗੁਰੂ ਨੇ ਤੰਬੂ ਕਰ ਲਿਆ, ਪਰਦਾ ਕਰ ਲਿਆ, ਅਸੀਂ ਗੁਰੂ ਵੱਲੋਂ ਕੀਤੇ ਹੋਏ ਪਰਦੇ ਨੂੰ ਪਾੜ ਕੇ ਵੇਖਾਂਗੇ, ਉਹਦੇ ਨਾਲ ਕੀ ਹੋਊ? ਉਹਦੇ ਨਾਲ ਆਪਸੀ ਕਲੇਸ਼ ਵਧਣਗੇ। ਕਿਉਂ ਗੁਰੂ ਵੱਲੋਂ ਕੀਤਾ ਹੋਇਆ ਪਰਦਾ ਚੁੱਕਣ ਲੱਗੇ, ਲੜਾਈ ਵਧਣੀ ਹੈ। ਅੱਜ ਸਿੱਖ ਇਸ ਗੱਲ ਤੇ ਵੀ ਲੜ ਰਹੇ ਆ ਕਿ ਬੱਕਰੇ ਵੱਡੇ ਉੱਥੇ ਗਰਦਨਾਂ ਵਧੀ। ਪਰ ਇੱਕ ਗੱਲ ਸਮਝਿਓ ਕਿਰਪਾ ਕਰਕੇ, ਮਸਲਾ ਇਹ ਨਹੀਂ ਹੈ ਕਿ ਕਿਰਪਾਨ ਦੇ ਨਾਲ ਸੀਸ ਵੱਖਰਾ ਕਰਨ ਦੀ ਗੱਲ ਨਹੀਂ ਹੈ। ਗੁਰੂ ਸਮਰੱਥ ਹੈ ਪਿਆਰਿਓ। ਸੀਸ ਜਿਹੜਾ ਸਿੱਖ ਹੈ ਨਾ ਗੁਰੂ ਦਾ, ਉਹ ਤਾਂ ਪਹਿਲੇ ਜਾਮਿਆਂ ਤੋਂ ਹੀ ਮਹਾਰਾਜ ਪਾਠ ਪੜ੍ਹਾ ਰਹੇ ਆ। ਜੋ ਕੋ ਪ੍ਰੇਮ ਖੇਲਣ ਕਾ ਚਾਓ, ਸਿਰ ਧਾ ਤਲੀ ਗਲੀ ਮੇਰੀ ਆਓ, ਇਹ ਤਾਂ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਰਨਾ ਕੀਜੈ। ਜਿਹੜਾ ਗੁਰੂ ਦਾ ਸਿੱਖ ਹੈ, ਸਿੱਖ ਹੈ ਹੀ ਉਹ ਹੈ ਜਿਹਨੇ ਆਪਣਾ ਸਿਰ ਗੁਰੂ ਨੂੰ ਦੇ ਦਿੱਤਾ, ਮਤਲਬ ਗੁਰੂ ਨੂੰ ਸਮਰਪਿਤ ਹੋ ਗਿਆ। ਗੁਰੂ ਨਾਨਕ ਸਾਹਿਬ ਨੂੰ ਸਿਰ ਦਿੱਤਾ ਸਿੱਖਾਂ ਨੇ, ਭਾਈ ਮਰਦਾਨਾ ਜੀ ਵਰਗੇ ਸਿੱਖਾਂ ਨੇ ਗੁਰੂ ਨੂੰ ਸਿਰ ਦਿੱਤਾ ਸੀ। ਮੈਂ ਕਹਿੰਦਾ ਸਿੱਖਾਂ ਦੀ ਛੱਡੋ, ਬੜੇ ਸਿਰੇ ਦੇ ਵਿਗੜੇ ਹੋਏ ਠੱਗ ਬਦਮਾਸ਼ ਬੰਦੇ ਵੀ ਗੁਰੂ ਨੂੰ ਆਪਣਾ ਜਦੋਂ ਸਿਰ ਦੇ ਦਿੰਦੇ ਆ ਨਾ, ਉਸ ਤੋਂ ਬਾਅਦ ਕੋਈ ਗਲਤ ਕੰਮ ਨਹੀਂ ਕਰਦੇ। ਕੌਣ ਹੈ ਸੱਜਣ? ਠੱਗੀਆਂ ਕਰਦਾ, ਪਰ ਜਿੱਦੇ ਉਹਨੇ ਸਿਰ ਆਪਣਾ ਗੁਰੂ ਨੂੰ ਦੇਤਾ, ਠੱਗੀਆਂ ਛੱਡ ਗਿਆ। ਭੂਮੀ ਨੇ ਕਿਹੜਾ ਗੁਰੂ ਨੂੰ ਸਿਰ ਦਿੱਤਾ? ਨਹੀਂ ਦੇਤਾ। ਕਹਿੰਦਾ ਜੀ ਮੈਂ ਚੋਰ ਆ, ਗੁਰੂ ਦੀ ਸ਼ਰਨ ਚ ਆਇਆ, ਗੁਰੂ ਦੀ ਸ਼ਰਾਧੀ ਚੋਂ। ਇਸ ਲਈ ਪਿਆਰਿਓ ਨੋਟ ਕਰਿਓ,
ਜੇ ਸਾਡੇ ਅੰਦਰ ਵਿਸ਼ੇ ਵਿਕਾਰ ਨੇ, ਜੇ ਸਾਡੇ ਅੰਦਰ ਬੁਰੀਆਂ ਆਦਤਾਂ, ਬੁਰੀਆਂ ਚੀਜ਼ਾਂ ਨੇ, ਠੱਗੀਆਂ ਚੋਰੀਆਂ ਸਭ ਕੁਝ ਹੈ, ਇਹਦਾ ਮਤਲਬ ਇੱਕ ਗੱਲ ਸਾਨੂੰ ਕਬੂਲ ਕਰਨੀ ਚਾਹੀਦੀ ਹੈ, ਬੁਰਾ ਨਾ ਮੰਨੋ ਕਿ ਅਸੀਂ ਅਜੇ ਤੱਕ ਆਪਣਾ ਸਿਰ ਗੁਰੂ ਨੂੰ ਨਹੀਂ ਦਿੱਤਾ। ਜਿਹੜਾ ਸਿਰ ਗੁਰੂ ਦੇ ਹਵਾਲੇ ਕਰਦੇ, ਸੌਖੀ ਦੀ ਗੱਲ ਕਹਾਂ, ਆ ਤੁਸੀਂ 5, 10, 20 ਜਿੰਨੇ ਵੀ ਲੋਕ ਮਹਾਰਾਜ ਦੇ ਕੋਲ ਵਿੱਚ ਉਹ ਨੋਟ ਆਪਾਂ ਬਿਲਕੁਲ ਆਪਣੇ ਵੱਲੋਂ ਭੇਟਾ ਕੀਤਾ, ਕਦੇ ਉਹ ਚੁੱਕ ਕੇ ਦੁਬਾਰਾ ਵਾਪਸ ਲੈ ਕੇ ਨਹੀਂ, ਤੇ ਜਿਹੜਾ ਸਿਰ ਗੁਰੂ ਅੱਗੇ ਰੱਖ ਦਿੱਤਾ। ਇਹ ਤਾਂ ਨਹੀਂ ਹੋ ਸਕਦਾ ਨਾ ਕਿ ਤੁਸੀਂ ਇੱਥੇ ਜਿਹੜਾ 10 ਦਾ ਨੋਟ ਰੱਖਿਆ ਨੂੰ ਚੁੱਕ ਕੇ ਦੁਬਾਰਾ ਫਿਰ ਕਿਸੇ ਸਮਾਧ ਤੇ ਕਿਸੇ ਕਬਰ ਤੇ ਧਰ ਦਿਓ, ਨਹੀਂ ਰੱਖਦਾ ਪਰ ਗੁਰੂ। ਜਿਹੜਾ ਸਿਰ ਗੁਰੂ ਦਾ ਹੋ ਗਿਆ ਉਹ ਤਾਂ ਫਿਰ ਹੁਣ ਕਿਸੇ ਹੋਰ ਥਾਂ ਤੇ ਨਹੀਂ ਰੱਖਿਆ ਜਾ ਸਕਦਾ। ਇਸ ਲਈ ਤੰਬੂ ਵਿੱਚ ਕੀ ਹੋਇਆ ਉਹ ਸਾਡੀ ਪਹੁੰਚ ਤੋਂ ਪਰੇ ਦੀ ਗੱਲ ਹੈ। ਔਰ ਫਿਰ ਤੁਸੀਂ ਵੇਖੋ ਪੰਜਾਂ ਪਿਆਰਿਆਂ ਨੇ ਕੋਈ ਇਸ ਤਰ੍ਹਾਂ ਦਾ ਜ਼ਿਕਰ ਨਹੀਂ ਹੁੰਦਾ ਕਿ ਉਹਨਾਂ ਨੇ ਬਾਅਦ ਵਿੱਚ ਸੰਗਤ ਨੂੰ ਬਕਾਇਦਾ ਦੱਸਿਆ ਹੋਵੇ ਕਿ ਤੰਬੂ 'ਚ ਕੀ ਹੋਇਆ ਸੀ। ਆਪਣੇ ਪਰਿਵਾਰ ਨੂੰ ਵੀ ਨਹੀਂ ਦੱਸਿਆ। ਇੱਥੋਂ ਇੱਕ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮਹਾਰਾਜ ਕਲਗੀਧਰ ਪਾਤਸ਼ਾਹ ਦੀ ਇਹ ਵਿਸ਼ੇਸ਼ ਹਦਾਇਤ ਸੀ ਨਾ ਪੰਜਾਂ ਨੂੰ ਕਿ ਤੰਬੂ ਵਿੱਚ ਜੋ ਕੁਝ ਹੋਇਆ ਉਹ ਬਾਹਰ ਨਹੀਂ ਦੱਸਣਾ। ਇਸ ਲਈ ਪਿਆਰਿਓ ਗੱਲ ਆਪਾਂ ਨੇੜੇ ਰੱਖ ਕੇ ਸਮਝੀਏ। ਪਹਿਲੀ ਆਵਾਜ਼ ਤੇ ਦਇਆਰਾਮ ਲਾਹੌਰ ਤੋਂ ਉੱਠੇ, ਮਹਾਰਾਜ ਤੰਬੂ 'ਚ ਲੈ ਗਏ। ਤੰਬੂ 'ਚ ਕੀ ਹੋਇਆ ਗੁਰੂ ਦੀਆਂ ਗੁਰੂ ਜਾਣੇ। ਤੰਬੂ ਪਾੜਾਂਗੇ ਤੇ ਜਲੂਸ ਆਪਣਾ ਨਿਕਲੂਗਾ, ਲੜਾਂਗੇ ਆਪਣਾ। ਹੁਣ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਇੱਕ ਹੋਰ ਸੀਸ ਮੰਗਿਆ, ਇੱਕ ਸੀਸ ਮੈਨੂੰ ਹੋਰ ਚਾਹੀਦਾ। ਕਿੰਨੇ ਸੀਸ ਮੰਗਿਆ ਜੀ? ਇੱਕੇ ਮੰਗਿਆ। ਇੱਕ ਵਾਰੀ ਇੱਕੋ ਸੀਸ ਮੰਗਿਆ, ਇਕੱਠੇ 5 ਨਹੀਂ ਮੰਗੇ, 5 ਉੱਠ ਕੇ ਆ ਜਾਣਾ ਸੀ। ਜੇ 50 ਮੰਗਦੇ 50 ਸਿੱਖਾਂ ਉੱਠ ਕੇ ਆ ਜਾਣਾ ਸੀ। ਨਹੀਂ ਇੱਕ ਸੀਸ ਚਾਹੀਦਾ। ਇੱਕ ਪਹਿਲਾਂ ਖੜਾ ਹੋ ਗਿਆ, ਬਾਕੀ ਵਿੱਚ ਕੌਣ ਉੱਠਿਆ? ਹੁਣ ਦੂਜੇ ਨੰਬਰ ਤੇ ਬੋਲਿਓ ਜੀ ਉੱਚੀ। ਧਰਮ ਸਿੰਘ, ਧਰਮਚੰਦ ਪਿਛਲਾ। ਧਰਮਚੰਦ ਕੌਣ ਹੈ? ਸੰਤ ਰਾਮ ਦੇ ਘਰ ਮਾਤਾ ਸਾਬੋ ਦੀ ਪਰਮ ਪਵਿੱਤਰ ਕੁੱਖੋਂ ਸੰਮਤ 1723 ਨੂੰ ਦਿੱਲੀ ਦੀ ਹਸਤਨਾਪੁਰੀ ਦੇ ਵਿੱਚ ਪੈਦਾ ਹੋਇਆ। ਦਿੱਲੀ ਤੋਂ ਧਰਮ ਜ਼ਿਮੀਂਦਾਰਾਂ ਪਰਿਵਾਰ ਜੱਟ। ਦਿੱਲੀ ਤੋਂ ਧਰਮ, ਜਿਵੇਂ ਆਪਾਂ ਲਾਹੌਰ ਤੋਂ ਦਇਆ ਸਮਝੀ ਨਾ, ਕਿਸਾਨੀਆਂ ਦਾ ਸ਼ਹਿਰ ਲਾਹੌਰ, ਉੱਥੋਂ ਦਇਆ ਉਛੜੀ। ਹਾਲਾਂਕਿ ਇਹ ਨਹੀਂ ਕਹਿ ਸਕਦੇ ਸਾਰੇ ਉਸ ਤਰ੍ਹਾਂ ਉਸੇ ਲਾਹੌਰ 'ਚ ਗੁਰੂ ਰਾਮਦਾਸ ਵੀ ਪੈਦਾ ਹੋ ਗਏ। ਹਾਲਾਤ ਇੱਕੋ ਜਿਹੇ ਨਹੀਂ ਰਹਿੰਦੇ। ਆਪਾਂ ਗੱਲ ਇਸੇ ਤਰ੍ਹਾਂ ਦਿੱਲੀ ਤੋਂ ਧਰਮ ਆਇਆ। ਦਿੱਲੀ ਤੋਂ ਬੜੀ ਹੈਰਾਨੀ ਵਾਲੀ ਗੱਲ ਹੈ, ਦਿੱਲੀ ਜਿਹੜੀ ਹੈ ਇਹ ਮੁੱਢ ਤੋਂ ਸਿਆਸਤ ਦੀ ਕਿੱਲੀ ਸਮਝੀ ਜਾਂਦੀ ਹੈ। ਦਿੱਲੀ ਮੁੱਢ ਤੋਂ ਹੀ ਪਹਿਲਾਂ ਤੋਂ ਆ ਕੇ ਪੁਰਾਣਾ ਦਿੱਲੀ ਤਾਂ ਇਸ ਕਿਸਮ ਦੀ ਸਿਆਸਤ ਕੱਟੜ ਪ੍ਰਸਤੀ ਰਹੀ ਹੈ। ਬਹੁਤਾ ਵਿਸਤਾਰ ਚ ਨਹੀਂ, ਇੱਕ ਉਦਾਹਰਨਾਂ ਦੇ ਦਿੰਦਾ। ਤੁਸੀਂ ਵੇਖ ਲਓ ਕਿ ਇੱਕ ਪੰਡਤ ਗੋਦਮ ਦਾ ਜ਼ਿਕਰ ਮਿਲਦਾ ਹੈ। ਉਹਨੂੰ ਇਹ ਪੁੱਛਿਆ ਗਿਆ ਕਿ ਤੂੰ ਐਂ ਦੱਸ ਹਿੰਦੂ ਚੰਗਾ ਹੈ ਕਿ ਮੁਸਲਮਾਨ ਚੰਗਾ ਹੈ? ਪੰਡਤ ਗੋਦਮ ਨੇ ਸੁਭਾਵਿਕ ਇਹ ਗੱਲ ਕਹਿਤੀ ਵੀ ਦੋਨੋਂ ਹੀ ਚੰਗੇ। ਹਾਂ ਕਿਸੇ ਬੰਦੇ ਨੂੰ ਪੁੱਛੋ ਕਿਹੜਾ ਚੰਗਾ, ਪਤਾ ਸਾਰੇ ਠੀਕ। ਇਸ ਗੱਲ ਤੋਂ ਇੰਨੇ ਖਿੱਚ ਗਏ ਉੱਥੋਂ ਦੇ ਹਾਕਮ ਕਿ ਤੂੰ ਹਿੰਦੂਆਂ ਨੂੰ ਚੰਗਾ ਕਿਵੇਂ ਕਹਿਣਾ? ਉਹਨਾਂ ਨੇ ਕਤਲ ਕਰਤਾ। ਇਸ ਕਿਸਮ ਦੇ ਪਿਆਰਿਓ, ਭਾਵੇਂ ਪੂਰੇ ਭਾਰਤ ਦੇ ਵਿੱਚ ਪਰ ਦਿੱਲੀ 'ਚ ਖਾਸ ਤੌਰ ਤੇ ਇਹ ਕਹਾਵਤ ਪ੍ਰਚਲਿਤ ਸੀ, ਦਲੀਸ ਬਰੋ ਵਾ ਈਸ ਬਰੋ। ਦਿੱਲੀ ਦਾ ਰਾਜਾ ਹੀ ਰੱਬ ਹੈ। ਦਿੱਲੀ ਦੇ ਵਿੱਚ ਰੱਬ ਦੀ ਪੂਜਾ ਕਿੱਥੇ ਹੋਣੀ? ਜਦੋਂ ਰਾਜੇ ਨੂੰ ਇਹ ਰੱਬ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਔਰ ਜਿਹੜੇ ਧਰਮ ਦੇ ਠੇਕੇਦਾਰ ਨੇ ਉਹ ਇਹ ਪ੍ਰਚਾਰਦੇ ਆ ਕਿ ਰਾਜਾ ਤਾਂ ਨੇਕ ਕਲੰਕ ਹੈ, ਰਾਜੇ ਦਾ ਹੁਕਮ ਮੰਨਣਾ ਹੀ ਰੱਬ ਦਾ ਹੁਕਮ ਮੰਨਣਾ ਹੈ। ਇਹ ਪ੍ਰਚਾਰਦੇ ਸੀ। ਉਸੇ ਦਿੱਲੀ ਦੇ ਵਿੱਚ ਤੁਸੀਂ ਦੂਰ ਨਾ ਜਾਓ ਜਿੱਥੇ ਔਰੰਗਜ਼ੇਬ ਵਰਗਾ ਕੱਟੜ ਪ੍ਰਸਤ ਬਾਦਸ਼ਾਹ ਜਿਹੜਾ ਤਖਤ ਤੇ ਤੌਸ ਨੂੰ ਪ੍ਰਾਪਤ ਕਰਨ ਲਈ ਨਾ ਆਪਣੇ ਬਾਪੂ ਸ਼ਾਹਜਹਾਨ ਦੀ ਲਿਹਾਜ਼ ਕਰੇ, ਨਾ ਆਪਣੇ ਭਰਾ ਦਾਰਾ ਸ਼ਕੋ ਨੂੰ ਬਖਸ਼ੇ, ਨਾ ਆਪਣੀ ਧੀ ਨੂੰ ਬਖਸ਼ੇ,
अपने परिवार के नजदीकियां दी हड्डियां विछा के जेड़ा तख्त ते तौस प्राप्त करे औरंगजेब जेड़ा बैठन साल ऐलान कर देवे कि हिंदुओं के नवे मंदिर नहीं बन सकते, पुराणियां की मुरम्मत रोक देवे, जनेऊ लाउण तक के हुक्म जारी हो जान। ओही दिल्ली की धरती जिथे 11 नवंबर 1675 नूं औरंगजेब के फैसले की बदौलत शाही काजी अब्दुल वहाब गोरे के फतवा सदका सैयद जलालुद्दीन की तेग ने धन गुरु तेग बहादुर महाराज जी के सीस नूं धड़ तो वखरा किया हो। उसे दिल्ली सियासत की किल्ली समझी जाती दिल्ली के विचों धर्म पैदा हो रहा गुरु गोबिंद सिंह की आवाज। तीजी आवाज सच्चे पातशाह फिर मार एक सैन मैनू होर चाहिए एक चीज। तीजे नंबर पे कौन उठी है जी भला बोलियो जी कृपा करके। आप वक्त नाल समाप्ति कर देनी है मेरी भैन ध्यान ना बैठो। हाँ जी कौन उठी है तीजे नंबर पे? भाई हिम्मत राय। हिम्मत राय कौन है? गुलजारी झीवर के घर माता धन्नों की परम पवित्र कुखों संमत 1718 जगन्नाथ तो पैदा होया। हिम्मत जगन्नाथ संमत 1718 पंजा प्यारे जिहड़े 1756 खड़े हो रहे ना पंज, उस वक्त सब तो वड्डी उम्र का भाई हिम्मत सिंह। एक कित्थों आया जी? जगन्नाथ। जगन्नाथ तो हिम्मत आनी बड़ी वड्डी गल है। क्यों भला? मैं किसी देवी देवते को ना नीवा दिखाने की गल करनी है ना आपां कहानियां सुनानी, पर संखेप का जिक्र करन लगे हां। जिवें आपां वेखिआ कि दिल्ली का माहौल की सी, लाहौर का माहौल की सी, इवें जगन्नाथ का माहौल की है जिथों हिम्मत पैदा होती। एक कहानी मैं छोटी जी तुहाडे नाल साझी करदा। हिंदुओं के सत्कार जो ग्रंथ ने पुराण, पुराणा दे विचों एक ग्रंथ उन्हां दा है सकंद पुराण। सकंद पुराण दे विच कहानी लिखी है जितों सानू जगन्नाथ का माहौल पता लगा। कहानी मैं संक्षेप तुसीं अज तां नहीं रहे मेरियां भैणां मावां की गल समझ आ रही है कि नहीं? आपां वेख रहे हैं कित्थों की आया है। गुरु सवारे जगन्नाथ बारे ये प्रचलित है सकंद पुराण दे विच कि श्री कृष्ण जी नूं एक शिकारी ने मार दिता सी जिहदा नाम है जल। गुरमत इस गल नाल सहमत है या नहीं मैं ये नहीं कहता, जो लिखे सिर्फ वो नहीं करता। सकंद पुराण लिखे है कि शिकारी जल ने श्री कृष्ण को जो मारिया, कृष्ण नूं प्यार करने वाले किसी सज्जन ने उन्हां दीयां अस्थियां इकट्ठियां करके संदूक च पा के दब दित्ती। लंबे समय बाद उड़ीसा के राजे इंद्र दमन नूं एक सुपना आया। सुपने विच श्री कृष्ण ने यह कहा कि फलानी जगह ते मेरियां अस्थियां पईयां ने वो कढ़ा के मूर्ति बनी। इंद्र दमन ने विश्वकर्मा नाल राबता कायम किया। विश्वकर्मा ने एक शर्त रखी कि मैं मूर्ति बना देना, पर एक शर्त है जिन्ना चिर मैं मूर्ति बनावा मेरे नेड़े नहीं किसी ने। एक कहानी है वो मूर्ति बना रहा सी तो जदों मूर्ति बना रहा अजे वो हाथ पैर नहीं सी बनाया। कहते उड़ीसा का राजा इंद्र दमन काले पै गया। उन्हें आके लिखा किवें नहीं बना रहा भी इस गलों विश्वकर्मा गुस्से हो गए। एक कहानी है। हुण जगन्नाथ जिहड़े लोग जाते हैं वो भी तुहानूं दसणगे जगन्नाथ की जिहड़ी मूर्ति बनी है ना उहदे हथ पैर नहीं बने, लोग उहदी पूजा करते। समझ आ रही? गुरु ग्रंथ साहिब महाराज ने बाणी विच ये लिखिया है अंधे गूंगे अंध अंधार पात्र ने पूजा मुगध गवा। जिहड़ी पत्थर की पूजा वो बंदे अन्ना कर दिंदी है, दिमागी तौर पर वो महामूर्ख बन जाता है, ਉਹਦਾ ਬੌਧਿਕ ਵਿਕਾਸ ਰੁਕ ਜਾਂਦਾ। ठीक है जी।
गूंगा भी कर देती है। मतलब जिन्हें पत्थर पूजना उन्हें ज्ञान की गल की करनी, ज्ञान तो शब्द तो मिलना है। तो फिर इसलिए प्यारिओ नोट करियो, जी पत्थर की पूजा वैसे ही बंदे को डेड कर दी है। एक तो पूजा होगी पत्थर की, मूर्ति पूजा, ते दूजी मूर्ति केड़ी है जिहदे हथ पैर है। जो जी असीं पूजा करते हैं उहे हो जाते हैं। जो जी पूजा करते हैं इसका असर हुंदा है, जो जी विचारा करते हैं उसका असर हुंदा मन ते। ये गल पक्की है। गुरु ग्रंथ साहिब च बकायदा एक शब्द है भगत नामदेव सिंह का, भैरव भूत सीतला धावै खरबान उछार उड़ावै, वो सारा ही दस्सिया। जिहो जी मेरियां भैणां मावां नोट करो, वीर बजुर्ग, जिहो जिहा घर दा माहौल होए ते बच्चे कदे साडियां बीबियां एक बेनती करदियां भैणां नूं गल मौके ते नोट कर लो, अपनियां बुजुर्ग मावां दादियां अपने पोतियां नूं गोदियां 'च बिठा के ना शाम नूं बाबा जोरावर सिंह बाबा फतेह सिंह दी साखियां सुना के सुनाउंदियां सी। जवाकां ने मंग करनी कि दादी मां बात सुण। वो बात कई बारी दुनियावी कहानी नहीं हुंदी सी ते बहुती बारी कोई ना कोई इतिहास की साखी हुंदी सी। कदे बाबा सुखा सिंह महताब सिंह की साखी। मतलब की है कि बच्चे नूं धर्म के संस्कार मिलते रहंदे सी, मन भी स्ट्रॉन्ग है, मजबूत होंदा सी। ते जे हुण बच्चियां दा एक तरह का सिमरन हो जाता सी, बैठ के इतिहास सुनना, गुरु गोबिंद सिंह दा, गुरु नानक साहिब दी साखी, साखी बड़ी बड़ी चीज। ते प्यारिओ नोट करियो, हुण अज की होया, अज बुरा ना मनायो मेरियां मावां भैणां बैठियां, किन्ना जवाकां नूं असीं साखियां सुणाईआं। अज तक जवाक नूं सुआउण दे लई, उहनूं चुप कराउण दे लई माऊं तो डराया जा रहा है। इवें एक बच्चा माऊं आजूगा सौ जा। हुण इह सानूं गल बड़ी छोटी जी लगदी है, पर नोट करो इहदे नाल की हुंदा है। अज जवाकां दा इह हाल है, 15-15 साल दे जवाक, माफ करियो, वो कल्ले रात को वाशरूम नहीं जा सकते। मानसिक लैवल डिग पिया उन्हां दा, कमजोर जे करते, डरपोक जे। सिख तां नहीं, ये बाबा फतेह सिंह दे वारस उत्थे 7 ते 9 साल के सूबे नाल सवाल जवाब करते हैं, ते अज 7 साल 15 साल का जवाक बाथरूम नहीं जा रहे हैं। ये सिखां नूं असीं बना की रहे हैं, किहो जे सिख तैयार हो रहे हैं। बुरा ना बना, सोचो तो सही जा किधर नूं रहे हैं। छोटे छोटे जवाकां दे धागे तवीत पा के तगागियां, जवाकां दा सिੱਖੀ वाला पासा तो मारता सी। गल मैं फिर उत्थे आवां, प्यारिओ नोट करियो, हुण मूर्ति भी किहड़ी है, वो टुंडी। मैं नहीं कह रहा, जिहड़े शहीदां नूं आपां अरदास याद करते हैं, कोपड़ियां गवाइयां जरगियां चढ़ी, जदों इन्हां दा जीवन लिखदा रतन सिंह भंगू अपने पंथ प्रकाश दे विच, उदों इह लफ्ज़ वरतदा है। कहता सिख जेडे शहीदियां पाउंदे सी, सिख सुन लो मेरियां भैणां, किस लैवल दे सिख ने हो। शब्द चौंकी गुर अपने की करें, सो मरने ते लैक न डरें। अपने गुर की छपड़ी नावें, गंगा जमुना निकट न जावें। जगन्नाथ को टुंडा आखें, राम कृष्ण को जात न भाखें। वो अकाल पुरख दे भरोसा रखना। हुण जगन्नाथ की मूर्ति जिहड़ी है उहदे हथ पैर नहीं बने, लोग उहनूं पूजदे हैं। समझ आ गई ना? हुण पत्थर नूं पूजना, टुंडी मूर्ति नूं पूजण वाले लोग किन्ने की हिम्मती होणगे। सुस्त अवेसले ढिल्लड़ लोग सी, ते मेरे कलगियां वाले की आवाज ने वो जगन्नाथ को हिम्मत पैदा की। चौथी आवाज फिर मार दिया गुरु गोबिंद सिंह पातशाह, एक चीज होर चाहिए है। तो कौन उठिया जी? भाई मोहकम चंद। मोहकम चंद कौन है जी? तीर्थ राम छींबे दे घर माता देवाबाई की परम पवित्र कुखों संमत 1720 ਨੂੰ जन्मे है। द्वारका तो आया, द्वारका। मोहकम, मोहकम का अखरी अर्थ की है जी? दृढ़ता, स्थिर,
मोकम का मतलब है दृढ़ता। कित्थों आया? जगन्नाथ तो। ते जगन्नाथ का की माहौल है? जगन्नाथ के विच एक मूर्ति बनी है जिसका नाम है रणछड़। उन्हें रणछड़ कहन लगे। असल दे विच इहदा नाम सी रणछोड़। ये रणछोड़ का इतिहास की है? इतिहास जो भी है। श्री कृष्ण जी ने मैदाने जंग विच एक बारी देखिया कि दुश्मन मेरे ते भारू पै गया। वो उथों खिसक गए सी, रण विचों निकल गए सी। उन्हां दी इस घटना नूं याद करन वास्ते उन्हां नूं प्यार करन वाले लोकां ने रणछोड़ नाम की मूर्ति बनाई। समझ आ गई? जदों दुश्मन भारू पै गए, रण विचों भज गए, इस गल नूं याद कीता, बड़ी मान नाल मूर्ति बनाई रणछोड़। उन्होंने रणछड़ कहण लगे। लोग उसकी पूजा करते। हुण जिहड़े पूजा करते हुण रणछड़ दी, वो कदे रण विच खड़ सकदे? मतलब की सी कि रण नूं छोड़ के भजना एक गुण समझिया जाण लग पिया। समझ आई? मैं किसी को नीवा दिखाने लिए नहीं गल्लां की। बेनती नूं नोट करियो। रणछोड़, वो रणछोड़ वाले ओही धरती तो मोकम मतलब दृढ़ता। दृढ़ता बंदा रण नहीं ने छड़ता फिर मैदान के लिए चढ़ के पहुंचता, दृढ़ता ना पाया। पंजवीं आवाज मेरे कलगियां वाले पातशाह फिर मार दिया। कौन उठिया जी? साहिब। कितों आए? कौन है? चमने नाई के घर। माफ करियो, ये लफ्ज से मैं बरतने जाता नाल मिल रहे हैं। मतलब किहड़े किहड़े आए जिन्हें सारे नीवे कहते सी ना। चमने नाई के घर माता सोना बाई ने परम पवित्र कुखों संमत 1719 ਨੂੰ ਜਨਮੀ। कितों आए हैं? बिदर तो। बिदर की है? बिदर बारे तो सारे जानते हो। बिदर एक सुदेश नाम की दासी का पुत्र सी। श्री कृष्ण जी ने सत्कार जरूर दिता सी, पर रहे दास के दास ही। दास दूजिया के सेवादार साहिब नहीं बने। वो दासां जो गुरु गोबिंद सिंह की आवाज साहिब पैदा। पंज प्यारे हैं। ये पंज जिहड़े प्यारे हैं, पंजा नामां नूं जे ध्यान नाल वेखीए, गुरबाणी विचों पढ़ो साहिब पर एक गल बड़ी स्पष्ट है। साहिब मेरा एक हो, एक साहिब मालिक परमात्मा साहिब। असीं उस साहिब नाल साझ बनाउणी है। साहिब नाल साझ बनाउण वास्ते पहली गल है दया अंदर चाहिए। जिहदे अंदर दया उहदे अंदर ही धर्म है। हिम्मत तो बिना धर्म नहीं कमाया जा सकता। मोकम दृढ़ता तो बिना धर्म नहीं कमाया जा सकता। इसलिए जे साहिब तक साझ बनाउणी है तो दया भी चाहिए है, धर्म भी चाहिए, हिम्मत भी चाहिए है, मोकम दृढ़ता भी चाहिए। ठीक है जी? हुण तक आपां पंज प्यारे जिहड़े शहरां चों आए उन्हां दे हालात नाल महाराज गुरु गोबिंद सिंह साहिब पिता ने पंजां नूं अमृत छकाया, मर्यादा दृढ़ करवाई, पंज विकार बख्शे। जानते हैं सारे, केस, कंगा, कड़ा, कृपान, कशहरा, 4 वजन त्रिकम, केस कटौने, वजन त्रैत, नशा वरतना, तंबाकू समेत, उठा, किरदार तो बिगना, वजन त्रैत, 5 नाश की। तो महाराज ने मर्यादा दृढ़ करवाई। हुण 5 प्यारियां की चोण हो गई। 5 सीस 1756 ਨੂੰ 5 सिरां की मंग किहने कीती जी? उच्ची बोलियो कृपा करके। हुण ही सुने किहने कीती? गुरु। उच्ची जी। गुरु नहीं समझ आई? गुरु गुरु गोबिंद। ध्यान दियो, गुरु गोबिंद राय ने सिंह नहीं है बने। सिंह बन लई तां पंजा अगे हथ बने जा रहे हैं। खालसा जी 5 प्यारे साहबान को कह रहे हैं गुरु गोबिंद सिंह आप। गुरु गोबिंद राय सिंह लफ्ज आप वरतो कोई गल नहीं, पर एक पॉइंट है, नुकता सिद्धांत कि सिंह कदों बनता।
हथ बन रही है पंजा के ते दुनिया हैरान है आ की हो गया। अज गुरु अपने सिखा के आत्मा की कट खालसा जी मैनू भी सिंह सजा दिओ, अमृत की दात बख्श दिओ। इसका मतलब खंडे की पहल तो बिना फिर सिंह किवें हो सकता। गुरु गोबिंद सिंह महाराज पंजा तो अमृत छकते ने और फिर वही मर्यादा जिवें गुरु गोबिंद सिंह पातशाह ने पंजा नूं दृढ़ कराई, पंजा ने भी वो मर्यादा दृढ़ नोट दो उन्होंने भी दृढ़ करवाई। और फिर होर भी लगभग 20,000 के करीब इतिहासकार कुछ पद घट की गिनती दसते हैं, बाकी संगत को भी अमृत छकाया। कंडे की और बख्शिश की सतगुरु गुरु गोबिंद सिंह साहब बाबा जेड़ा कि साडा कौमी अमृत है, कौमी अमृत खंडे की पौधा। और ये बख्शिश संमत 1756 की हुई 1699 की। हुण इथों तक अज आप कुछ समझिए, एक बार संक्षेप करके अगे चलना। वैसाखी कई दिन कई घटनावां जुड़दियां तुहानूं याद करवाया, कुछ भैन भरा बाद च आए वो फिर ज्यादा रिकॉर्ड हो रही है, दोबारा सुनो। खालसा लफ्ज पंज प्यारे कित्थों कित्थों आए, की दृढ़ करवाया और खालसे की जिहड़ी डेफिनेशन दी है वो मैं जरूर हुण अगे गल करां। खालसा है कौन? जागत जोत जपै निसवासत एक बिना मन, सिर्फ मिनट 5 रुक जो कृपा कर। जागत जोत जपै निसवासत एक बिना मन नैक नाम। एक अकाल पुरख तो बिना दूजे का मन विच ख्याल भी ना आवे, दूजे नूं मनना पूजना तो गल ही दूर की रह गई, दूजे का मन विच फुरना भी ना आवे। असीं ते तरह तरह की मनता पूरा शुरू की। जागत जोत जपै निसवासुर एक बिना मन नैक ना आने, पूर्ण प्रेम प्रतीत सजै व्रत घोर बड़ी मट भूल ना मानै। तीर्थ दान दया तप संजम एक बिना न एक पहचानै। पूर्ण जोत जगह घट में तब खालस ना खालस। ध्यान दो जी, पहली पंक्ति ते आखिरी पंक्ति जागत जोत जपै। केड़ी जगती जोत है, केड़ी देसी घ्यो नानी वाली हो जगती जोत अकाल पुरख आई होई, ओनू जपिया, ओदी याद विच जुड़ गया, इन्ना ओदे प्यार विच भिज गया कि दूजे दा तां ख्याल भी नहीं आया, किसी देवी देवते दा, किसी बाबे पीर दा, किसी दा कोई ख्याल नहीं आया। बस जागत जोत जपै, इन्ना जपिया, इन्ना जुड़िया कि जिहदे नाल जुड़िया इत्थे पहुंच गया पूर्ण जोत जगह। समझ गए ना? दोबारा फिर पहली पंक्ति के आखिरी जागत जोत जपै निसवासर। कर्मकांड सारे छड्डते, बस एक नूं जपिया। जपो तां इको नामा अमर निराफल कामा। एक नूं हुण इन्ना जपिया, जिहनूं जपिया ना वो जगती जोत वो अनुभव हो गया। पहला तो जोदड़ियां हो रही सी, सगल भवन के नायका एक छिन दर्श दिखाए जी, पर एक समा आया एक मिगता हो गई, नामे नारायण नाई पे पूर्ण जोत जगह घट में तब खालस। इसलिए खालसे बनने का जिहड़ा सफर है वो जपण तो लैके जगण तक का सफर, जगण तक। जे असीं उस जोत नूं जगाउणा है, ओहदा अनुभव करना ਉਹਦੇ ਲਈ, क्योंकि ਉਹਦਾ अनुभव करना जिंदगी का मकसद भी है ना साडा भई प्राप्त मानव जोरिया गोबिंद बिनती करी। ਉਹਦੇ ਲਈ सब तो जरूरी है गुरु के उत्ते यकीन लेके आना। यकीन जाके मन गुर की प्रतीक ते जन आवे हर पल चीज। यकीन गुरु ग्रंथ साहिब की बाणी नाल जुड़ के साडी यकीन की प्रैक्टिस होगी। यकीन होंदे आपां पिछे ਜਿਹੜੇ ਦੀਵਾਨ ਲੱਗੇ ਉਹਦੇ ਵਿੱਚ ਵਿਸਥਾਰ ਚ ਗੱਲ ਕੀਤੀ ਸੀ। यकीन जो होगा, यकीन के विचों खंडे की पौल अमृत छकन का जी होगा। फिर कोई सवाल नहीं ना रहे, सवाल नहीं।
ਪੁੱਠੇ ਕੰਮ ਬੰਦੇ ਜਿੰਨੇ ਵੀ ਕਰਦੇ ਆ ਨਾ ਬਿਨਾਂ ਸਵਾਲਾਂ ਤੋਂ ਚੁੱਪਚਾਪ ਕਰਦੇ ਆ। ਸ਼ਰਾਬ ਪੀਣ ਲੱਗਿਆ ਕੋਈ ਸਵਾਲ ਨਹੀਂ ਇਹਦਾ ਫਾਇਦਾ ਕੀ, ਜਦੋਂ ਪੈਗ ਲਾ ਰਿਹਾ ਹੁੰਦਾ ਉਹ ਪਰ ਇਹਦਾ ਫਾਇਦਾ ਕੀ, ਉਦੋਂ ਕੋਈ ਸਵਾਲ ਨਹੀਂ। ਇਸ ਲਈ ਜੇ ਪੰਜਾਂ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਛਕ ਲਏ ਤਾਂ ਸਵਾਲ ਤਾਂ ਸਾਡੇ ਹੱਲ ਹੋ ਗਏ। ਸਾਨੂੰ ਅੰਮ੍ਰਿਤ ਛਕਣ ਲਈ ਆਪਣੇ ਮਨ ਬਣਾਉਣੇ ਚਾਹੀਦੇ, ਘੱਟੋ ਘੱਟ ਜੇ ਵਿਸਾਖੀ ਦਾ ਆਪਾਂ ਪੁਰਬ ਮਨਾ ਰਹੇ, ਗੁਰੂ ਮਹਾਰਾਜ ਬਖਸ਼ਿਸ਼ ਕਰਨ, ਗੁਰੂ ਦੀ ਬਾਣੀ ਨਾਲ ਜੁੜੀਏ, ਅੰਮ੍ਰਿਤ ਛਕਣ ਦੀ ਤਿਆਰੀ ਜ਼ਰੂਰ ਰੱਖਣੀ। ਮੈਂ ਇਹ ਨਹੀਂ ਕਹਾਂਗਾ ਅੱਜ ਹੀ ਛਕੋ, ਨਹੀਂ, ਘੱਟੋ ਘੱਟ ਅੰਮ੍ਰਿਤ ਲਈ ਹੌਲੀ ਹੌਲੀ ਤਿਆਰ ਹੋਈਏ। ਟਾਈਮ ਲੱਗਦਾ ਹੈ, ਇਹ ਕੋਈ ਖੇਡ ਨਹੀਂ ਹੈ ਜਿਵੇਂ ਅੱਜ ਸਾਡੇ ਬਾਬਿਆਂ ਨੇ ਬਣਾ ਲਈ। ਠੀਕ ਹੈ ਜੀ, ਦੁਸ਼ਹਿਰਾ ਮੁਫਤ, ਦੁਰਗਾ ਮੁਫਤ, ਚੜ ਜਾਓ ਜਹਾਜ਼ੇ ਚੜ ਜਾਓ। ਇੱਕ ਵਾਰੀ ਜਹਾਜ਼ ਚਾੜ ਦਿੰਦੇ ਆ, ਬੰਦਾ ਜਹਾਜ਼ 'ਚ ਬੈਠਣ ਜੋਗਾ ਨਹੀਂ, ਤੀਜੇ ਦਿਨ ਛਾਲ ਮਾਰ ਲਓ, ਕਿਰਪਾਨ ਉਹਦੇ ਫਿਰ ਕਿੱਲੇ ਤੇ ਪਈ। ਇਹ ਮਸਲਾ ਨਹੀਂ ਹੈ, ਆਪਣੇ ਮਨ ਬਣਾਈਏ, ਗੁਰਬਾਣੀ ਨਾਲ ਜੁੜੀਏ। ਗੁਰਬਾਣੀ ਅੱਜ ਹੀ ਪੜ੍ਹਨੀ ਸ਼ੁਰੂ ਕਰ ਦਿਓ, ਹੌਲੀ ਹੌਲੀ ਕਰਕੇ ਕਤਾਰ ਸੰਭਾਲਣ ਦੀ ਆਦਤ ਪਾ ਲਈਏ, ਗੁਰੂ ਅੱਗੇ ਤਰਲਾ ਕਰੀਏ, ਸਤਿਗੁਰ ਰਹਿਮਤ ਕਰੀਏ, ਖੰਡੇ ਵੀ ਬਹੁਤ ਸੰਤ ਪ੍ਰਾਪਤ ਹੋਵੇ। ਔਰ ਫਿਰ ਜਿਹੜੀ ਮਰਿਆਦਾ ਹੈ, ਜਿਹੜੀਆਂ ਪੰਜ ਇੱਕ ਕਾਰ ਦੀਆਂ ਬਖਸ਼, ਇਹ ਕਕਾਰਾਂ ਨੂੰ ਸਿਰਫ ਪਾਉਣਾ ਨਹੀਂ, ਇਹਨੂੰ ਸੁਰਤ ਵਿੱਚ ਧਾਰਨਾ ਤੇ ਕੇਸ ਸੰਭਾਲਿਆ, ਮਤਲਬ ਰੱਬ ਦੀ ਰਜ਼ਾ 'ਚ ਰਹਿਣਾ। ਇਸ ਕੁਦਰਤਨ ਆ ਗਈ ਨਾ, ਅਸੀਂ ਸੰਭਾਲ ਲਏ, ਅਸੀਂ ਕੋਈ ਸ਼ੇਰਸ਼ਾਹ ਨਹੀਂ, ਰਜ਼ਾ ਵਿੱਚ ਰਹਿਣ ਵਾਲੇ। ਜੇ ਅਸੀਂ ਕਿਰਪਾਨ ਪਾਈ ਹੈ, ਨਾ ਗਾਉਂਦੇ ਆ ਨਾ ਕਰਦੇ ਆ, ਕੜਾ ਪਾਇਆ ਪੁੱਠੇ ਕੰਮ ਨਹੀਂ ਕਰਦੇ ਹੱਥਾਂ ਨਾਲ, ਸ਼ਹਿਰਾ ਪਾਇਆ ਗੁਰਦਾਸ ਪੱਕ। ਸੋ ਪੰਜਾਂ ਕਕਾਰਾਂ ਦੀ ਸਿੱਖਿਆ ਨੂੰ ਆਪਣੀ ਸੁਰਤ ਵਿੱਚ ਸਾਂਝੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਭੁੱਲਾਂ ਚੁੱਕਾਂ ਦੀ ਮਾਫੀ, ਸਭ ਦਾ ਬਹੁਤ ਬਹੁਤ ਧੰਨਵਾਦ। ਵਿਸਾਖੀ ਦੇ ਉੱਤੇ ਪੰਜ ਪਿਆਰਿਆਂ ਨੇ ਸੰਖੇਪ ਦੀ ਗੱਲ ਕੀਤੀ ਹੈ, ਹਾਲਾਂਕਿ ਮੈਨੂੰ ਸਤਿਕਾਰਯੋਗ ਭੈਣ ਜੀ ਉਹਨਾਂ ਨੇ ਕਿਹਾ ਸੀ, ਪ੍ਰਬੰਧਕਾਂ ਨੇ ਕਿ ਭਗਤ ਧੰਨਾ ਜੀ ਮਹਾਰਾਜ ਉਹਨਾਂ ਦੀ ਵੀ ਗੱਲ ਕਰਨੀ, ਵਿਸਾਖੀ ਦੀ ਵੀ ਗੱਲ ਕਰਨੀ, ਪਰ ਮੈਨੂੰ ਇਹ ਲੱਗਦਾ ਸੀ ਕਿ ਆਪਾਂ ਗੱਲ ਫਿਰ ਹੁਣ ਇੰਨਾ ਤਾਂ ਨਹੀਂ ਬੈਠਿਆ ਜਾਣਾ ਪਊ ਤੇ ਫਿਰ ਅਗਲੇ ਦਿਨ, ਕਿਉਂਕਿ ਇਹ ਨਾ ਹੋਵੇ ਵੀ ਉਹ ਸਬਜੈਕਟ ਵੀ ਆਪਾਂ ਸ਼ੁਰੂ ਕਰ ਲੈਂਦੇ ਹੋ ਵੀ ਫਿਰ ਗੱਲ ਕੋਈ ਵੀ ਨਹੀਂ ਪੱਲੇ ਪੈਂਦੀ ਹੁੰਦੀ। तो ਅੱਜ ਮੈਨੂੰ ਲੱਗਦਾ ਵਿਸਾਖੀ ਬਾਰੇ, ਖਾਲਸੇ ਬਾਰੇ, ਪੰਜ ਪਿਆਰਿਆਂ ਬਾਰੇ ਕਾਫੀ ਮੁੱਦੇ ਆਪਾਂ ਵਿਚਾਰੇ, ਖਾਸ ਤੌਰ ਤੇ ਪੰਜ ਪਿਆਰੇ ਜਿਹੜੇ ਸ਼ਹਿਰਾਂ ਚੋਂ ਆ, ਉਹ ਸ਼ਹਿਰਾਂ ਦਾ ਮਾਹੌਲ ਕਿਵੇਂ ਦੀਆਂ ਮਨੁੱਖਾਂ ਸੀ ਉੱਥੇ, ਇਹਦੇ ਬਾਰੇ ਆਪਾਂ ਖਾਸ ਕਰ ਕੋਸ਼ਿਸ਼ ਕੀਤੀ ਹੈ ਕਰਨ ਦੀ। ਗੁਰੂ ਕਿਰਪਾ ਕਰੇ, ਤਿੰਨ ਬਖਸ਼ਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੀ ਝੋਲੀ 'ਚ ਪਾਈਆਂ, ਨੰਦੇੜ ਸਾਹਿਬ ਦੀ ਧਰਤੀ ਤੇ ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ ਦਿਦਾਰ ਖਾਲਸੇ ਦਾ। ਇਹ ਸਤਿਗੁਰੂ ਬਖਸ਼ਿਸ਼ ਕਰਨ ਤੇ ਆਪਾਂ ਇਹਨਾਂ ਬਖਸ਼ਾਂ ਦੇ ਉੱਤੇ ਪਹਿਰਾ ਦੇ ਸਕੀਏ, ਇਹ ਸੰਭਾਲੀਏ ਬਖਸ਼ਾਂ। ਭਗਤ ਧੰਨਾ ਜੀ, ਉਹਨਾਂ ਦੀ ਬਾਣੀ ਦੀ ਵਿਚਾਰ ਜਿਹੜੀ ਹੈ, ਉਹਨਾਂ ਦੇ ਜੀਵਨ ਬਾਰੇ ਕਿਤੇ ਵੀ ਪ੍ਰੋਗਰਾਮ ਨੇੜੇ ਤੇੜੇ ਕੋਈ ਸਮਾਗਮ ਹੋਇਆ, ਤੁਸੀਂ ਯਾਦ ਵੀ ਕਰਾ ਦਿਓ, ਮੈਂ ਵੀ ਯਾਦ ਰੱਖੂ, ਆਪਾਂ ਅਗਲੇ ਕਿਸੇ ਦੀਵਾਨ 'ਚ ਵਿਚਾਰਾਂਗੇ। ਕਿਉਂਕਿ ਆਪਾਂ ਕੋਈ ਫਾਰਮੈਲਿਟੀ ਨਹੀਂ ਕਰਨੀ ਚਾਹੁੰਦੇ ਵੀ 5 ਮਿੰਟ 'ਚ ਤੁਹਾਨੂੰ ਗੱਲ ਕਹਿ ਦਾਂ, ਉਹ ਫਿਰ ਗੱਲ ਨਹੀਂ ਬਣਦੀ। ਬਕਾਇਦਾ ਜਿਹੜੇ ਉਹਨਾਂ ਦੇ ਸ਼ਬਦ ਹੈ, ਕਿਵੇਂ ਉਹ ਰੱਬ ਕਿਵੇਂ ਮਿਲਦਾ ਹੈ, ਉਹ ਸਾਰੇ ਉਹਨਾਂ ਦਾ ਬਹੁਤ ਪਿਆਰ ਨਾਲ ਉਹ ਪੂਰਾ ਦੀਵਾਨ ਲੱਗੂ, ਘੱਟੋ ਘੱਟ 1.5 ਘੰਟੇ ਫਿਰ ਗੱਲ ਕਰਾਂਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿੰਨੇ ਭੈਣ ਭਰਾ ਵੀਰ ਬਜ਼ੁਰਗ ਤੁਸੀਂ ਪਹੁੰਚੇ, ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ, ਪ੍ਰਬੰਧਕ ਸਾਹਿਬਾਨ, ਸਭ ਦਾ ਧੰਨਵਾਦ ਜੀ। ਭੁੱਲਾਂ ਚੁੱਕਾਂ ਦੀ ਮਾਫੀ। ਆਓ ਰਲ ਕੇ 6 ਪੌੜੀਆਂ ਦੀ ਸਭਾ ਪਾਠ ਕਰੀਏ, ਫਿਰ ਅਰਦਾਸ ਸੁਖਮਨਾਵਾਂ ਸਾਹਿਬ